की फतेह। गुरु रामदास घर कीओ प्रगासा, सगल मनोरथ पूरी आसा। तै जन्मत गुरमत ब्रह्म पछाणियो। कल भट्ट जी धन गुरु अर्जन देव महाराज जिन्हां दा शहीदी दिवस परसों नूं आ रहा है। गुरु नानक नाम लेवा लंबेरे समय तो श्री सुखमणी साहब जी दे पाठ होर सेवावां सतगुरु दे इस पावन शहीदी दिहाड़े वास्ते सेवा निभा रहीआं हन। गुरु महाराज ने तरस कीता, बख्शिश कीती है। इस जूम राही भी काफ़ी लंबेरे समय तो ये सेवा चल रही है। सो आओ अज धन धन गुरु अर्जन देव महाराज जिन्हां दा शहीदी दिहाड़ा असी मनाउणा है, उन्हां दियां जीवन दे विचों की सानू प्राप्त हुंदा है पढ़ सुन के। देखो, जदों गुरु नानक पातशाह दी आमद होण तो पहलां संसार इस जगत दे विच भाव कि भारत वर्ष विच वर्णां दे विच वंडे होए सन शरीरां नूं। भावें परमात्मा दे बनाए सारे जीव इक्को जे हन। अवर अल्लाह नूर उपाया कुदरत के सब बंदे, एक नूर ते सब जग उपजया कौन भले को मंदे। जाति प्रथा विच वंडिया होया सी। अंध विश्वास दा बड़ा ही बोलबाला सी जदों गुरु नानक पातशाह दी आमद हुई है। पाखंड कर्म कांड बहुत हर घरां दे विच कर्म कांड दी प्रथा चल रही सी, चल ते हुण भी रही है। गुरु नानक पातशाह ने देखिया ਜਿਹੜੇ ਤੇ ਗਿਆਨਵਾਦ ਨੇ, ਜਿਨ੍ਹਾਂ ਨੇ ਸੰਸਾਰ ਨੂੰ ਕੁਛ ਦੇਣਾ ਹੈ, ਉਹ ਤੇ ਘਰੋਂ ਨਿਕਲ ਕੇ ਉਪਰਾਮ ਭਾਵ ਜੰਗਲਾਂ ਵਿੱਚ ਚਲੇ ਗਏ, ਜਿਨ੍ਹਾਂ ਨੇ ਸਿੱਖਿਆ ਦੇਣੀ ਸੀ, ਜਾਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਚਲੇ ਗਏ। ਕਈ ਭੁੱਖੇ ਰਹਿਣੇ ਸ਼ੁਰੂ ਹੋ ਗਏ, ਕਈਆਂ ਨੇ ਲਿੱਟਾਂ ਵਧਾ ਦਿੱਤੀਆਂ, ਕਈ ਨੰਗੇ ਨਗਨ ਸਰੀਰ ਕਰ ਲਿਆ। ਭਾਵ ਕਿ ਸੰਸਾਰ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਘਰ ਪਹੁੰਚਣ ਦਾ ਇਹ ਰਸਤਾ ਸਭ ਭਟਕ ਰਹੇ ਸਨ। ਤੋ ਗੁਰੂ ਨਾਨਕ ਪਾਤਸ਼ਾਹ ਜਦੋਂ 1469 ਵਿਖੇ ਆਏ, ਇਸ ਖਿਲਾਰੇ ਨੂੰ ਵੇਖ ਕੇ ਇਹ ਜਾਤੀ ਪ੍ਰਥਾ ਦਾ ਕੋੜ, ਹੋਰ ਬਹੁਤ ਤਰੁੱਟੀਆਂ ਸਨ ਧਾਰਮਿਕ ਸੰਸਥਾਵਾਂ ਦੇ ਵਿੱਚ। ਗੁਰੂ ਨਾਨਕ ਪਾਤਸ਼ਾਹ ਨੇ ਸੋਚਿਆ ਕਿ ਇਸ ਨੂੰ ਸੁਧਾਰਨ ਵਿੱਚ ਸਮਾਂ ਬਹੁਤ ਲੱਗਣਾ ਹੈ, ਔਰ ਇਤਿਹਾਸ ਵੀ ਗਵਾਹ ਹੈ 239 ਸਾਲ ਲੱਗ ਗਏ। ਤੋ ਇੱਕ ਸਰੀਰ ਦੇ ਵਿੱਚ ਰਹਿ ਕੇ ਉਹ ਮੂਰਤ ਨਹੀਂ ਬਣ ਸਕਦੀ ਸੀ ਜਿਸ ਨੂੰ ਗੁਰੂ ਨਾਨਕ ਚਾਹੁੰਦੇ ਸਨ। ਉਸ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੇ 10 ਜਾਮੇ ਧਾਰ ਕੇ ਇੱਕ ਖਾਲਸਾ ਦਾ ਰੂਪ ਤਿਆਰ ਕੀਤਾ, ਜੋ ਇਹ ਦਰਸਾਉਂਦਾ ਹੈ। ਅਖੀਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇੱਕ ਬਚਨ ਕੀਤਾ ਹੈ, ਕਲ ਮੇ ਹੋਏ ਪਖੰਡ ਅਨੇਕਾਂ, ਜੋ ਮਮ ਸਿੱਖ ਨਾ ਮਾਨੇ ਏਕਾ। ਕਿ ਕਲਯੁਗ ਵਿੱਚ ਪਖੰਡ ਬੜੇ ਹੋਣਗੇ, ਪਰ ਮਹਾਰਾਜ ਕਹਿੰਦੇ ਜੋ ਮਮ ਸਿੱਖ, ਜਿਹੜਾ ਮੇਰਾ ਸਿੱਖ ਹੋਏਗਾ ਉਹ ਇੱਕ ਵੀ ਪਖੰਡ ਨੂੰ ਨਹੀਂ ਮੰਨੇਗਾ। ਪਖੰਡ ਤੇ ਅੱਜ ਵੀ ਹੋ ਰਹੇ ਹਨ। ਤੋ ਗੁਰੂ ਨਾਨਕ ਪਾਤਸ਼ਾਹ ਨੇ ਨੀਂਹ ਰੱਖੀ
ਸਿੱਖੀ ਦੀ ਔਰ ਇਹ ਮਾਰਗ ਲੈ ਕੇ ਸੰਸਾਰ ਵਿੱਚ ਤਾਰਨ ਵਾਸਤੇ 4 ਉਦਾਸੀਆਂ ਆਪ ਜੀ ਜਾਣਦੇ ਹੋ। ਤੋ ਇਹ ਸਿਲਸਿਲਾ ਚੱਲਦਾ ਰਿਹਾ, ਲੋਕਾਂ ਨੂੰ ਜਾਗਰੂਕ ਕੀਤਾ। ਭਾਵੇਂ ਹਰਿਦੁਆਰ ਦੀ ਧਰਤੀ ਹੋਵੇ, ਉੱਥੇ ਸੂਰਜ ਨੂੰ ਪਾਣੀ ਦੇਣ ਵਾਲਿਆਂ ਨੂੰ ਮਹਾਰਾਜ ਨੇ ਬੜੇ ਨਵੇਕਲੇ ਢੰਗ ਨਾਲ ਆਪ ਪੁੱਠੇ ਹੋ ਕੇ ਤੇ ਆਪਣੇ ਕਰਤਾਰਪੁਰ ਖੇਤਾਂ ਦੇ ਵਿੱਚ ਪਾਣੀ ਦੇਣ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਨੂੰ ਸਵਾਲ ਨਹੀਂ ਕੀਤਾ ਅੱਜ ਤੱਕ। ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਕੀਤਾ ਤੇ ਫਿਰ ਨੈਚੁਰਲੀ ਉਹਨਾਂ ਨੇ ਪੁੱਛਿਆ, ਬਈ ਇਹ ਕਿਉਂ ਕਰ ਰਹੇ ਹੋ? ਫਿਰ ਗੁਰੂ ਨਾਨਕ ਪਾਤਸ਼ਾਹ ਨੇ ਸਵਾਲ ਕੀਤਾ, ਜੇ ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗੇ, ਜੀ ਅਸੀਂ ਆਪਣੇ ਪਿਤਰਾਂ ਨੂੰ ਜਾਂ ਸੂਰਜ ਨੂੰ ਪਾਣੀ ਦੇ ਰਹੇ ਹਾਂ। ਮਹਾਰਾਜ ਨੇ ਪੁੱਛਿਆ, ਸੂਰਜ ਕਿੰਨੀ ਕੁ ਦੂਰ ਹੈ? ਕਹਿਣ ਲੱਗੇ, ਜੀ ਹੋ ਗਿਆ ਲੱਖਾਂ ਕੁ ਕਿਲੋਮੀਟਰ ਤੇ ਵੇ। ਮਹਾਰਾਜ ਕਹਿੰਦੇ ਨੇ, ਅੱਛਾ ਤੇ ਤੁਸੀਂ ਕੀ ਕਰ ਰਹੇ ਸਨ? ਮਹਾਰਾਜ ਕਹਿੰਦੇ, ਮੈਂ ਆਪਣੇ ਕਰਤਾਰਪੁਰ ਖੇਤਾਂ ਨੂੰ ਪਾਣੀ ਦੇ ਰਿਹਾ ਸੀ। ਤੁਹਾਡਾ ਪਾਣੀ ਕਿੱਥੇ ਪਹੁੰਚ ਸਕਦਾ? ਮਹਾਰਾਜ ਕਹਿੰਦੇ, ਜੇ ਇੰਨੀ ਥੋੜੀ ਦੂਰੀ ਤੱਕ ਪਹੁੰਚ ਸਕਦਾ ਹੈ ਤੇ ਲੱਖਾਂ ਕਿਲੋਮੀਟਰ ਤੇ ਜੇ ਪਹੁੰਚ ਸਕਦਾ ਹੈ ਤੇ ਮੇਰਾ ਇੱਥੇ ਨਾਲ ਲਾਗੇ ਪਿੰਡ ਤੇ ਨਹੀਂ ਪਹੁੰਚ ਸਕਦਾ। ਸੋ ਕਹਿਣ ਦਾ ਢੰਗ ਸੀ। ਜਿਹੜੇ ਤੇ ਉਸ ਵੇਲੇ ਸਮਝ ਗਏ, ਉਹ ਤੇ ਗੁਰੂ ਨਾਨਕ ਦੇ ਰਾਹ ਤੇ ਚੱਲਣ ਲੱਗ ਪਏ। ਉਹ ਇਹ ਪਖੰਡਾਂ ਅੰਧ ਵਿਸ਼ਵਾਸ ਤੋਂ ਪਾਸੇ ਹੋ ਗਏ। ਪਰ ਜੇ ਕੋਈ ਐਸੇ ਵੀ ਹਨ ਜੋ ਅੱਜ ਤੱਕ ਉਸੇ ਰਾਹ ਵਿੱਚ ਚੱਲ ਰਹੇ ਨੇ, ਭਾਵੇਂ ਸਿੱਖ ਧਰਮ ਵਿੱਚ ਵੀ ਹਨ, ਅੱਜ ਵੀ ਉਹ ਕਰਮ ਕਾਂਡ ਕਰ ਰਹੇ ਹਨ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਸੁੱਤੀ ਹੋਈ ਮਨੁੱਖਤਾ ਨੂੰ ਜਗਾਇਆ। ਧਰਮ ਦਾ ਇੱਕ ਸੌਖਾ, ਬਹੁਤ ਹੀ ਕੋਈ ਘਰ ਛੱਡਣ ਦੀ ਗੱਲ ਨਹੀਂ ਕੀਤੀ। ਨਾਨਕ ਸਤਿਗੁਰ ਭੇਟੀਐ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਮਹਾਰਾਜ ਕਹਿੰਦੇ, ਘਰ ਵਿੱਚ ਰਹੋ, ਹੱਸੋ ਖੇਡੋ, ਖਾਓ ਸੋਹਣਾ ਪਾਓ, ਕੋਈ ਘਰ ਛੱਡਣ ਦੀ ਲੋੜ ਨਹੀਂ। ਤੇ ਇਸੇ ਦੇ ਵਿੱਚ ਭਗਤੀ ਕਰਦੇ ਹੋਏ ਪਰਮਾਤਮਾ ਦੀ ਤੁਸੀਂ ਮੁਕਤ ਹੋ ਜਾਓਗੇ। ਤੋ ਇਹ ਸਿਲਸਿਲਾ ਚੱਲਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਜੋ ਇਮਾਰਤ ਤਿਆਰ ਹੋ ਰਹੀ ਸੀ, ਦੇਖੋ ਜਿੰਨੀ ਉੱਚੀ ਇਮਾਰਤ ਤਿਆਰ ਹੋਣੀ ਹੋਵੇ ਨਾ, ਤੇ ਉਹਦੇ ਵਾਸਤੇ ਲੰਬੀ ਉੱਚੀ ਇਮਾਰਤ ਤਿਆਰ ਕਰਨੀ ਹੋਵੇ, ਉਨੀਆਂ ਨੀਵਾਂ ਜ਼ਮੀਨ ਤੇ ਕਰਨੀਆਂ ਪੈਂਦੀਆਂ ਨੇ। ਜਿੰਨੀ ਉੱਚੀ ਇਮਾਰਤ ਅਸੀਂ ਤਿਆਰ ਕਰਨੀ ਹੈ, ਉਨੀ ਗਹਿਰਾਈ ਵਿੱਚ ਥੱਲੇ ਜਾਣਾ ਪਵੇਗਾ ਧਰਤੀ ਤੇ, ਔਰ ਉਹਦੇ ਵਿੱਚ ਲੋਹਾ, ਸੀਮਟ, ਹੋਰ ਮਟੀਰੀਅਲ ਵੀ ਲੱਗੇਗਾ, ਤਾਂ ਹੀ ਇਤਨੀ ਉੱਚੀ ਇਮਾਰਤ ਤਿਆਰ ਹੋਏਗੀ। ਤੋ ਜਿਹੜੀ ਇਹ ਇਮਾਰਤ ਤਿਆਰ ਹੋਣੀ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ, ਦੇਖੋ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਇਮਾਰਤ ਦੇ ਵਿੱਚ ਇੱਕ ਭਾਣੇ ਮੰਨਣ ਦੀ ਇਹਦੇ ਵਿੱਚ ਹਿੱਸਾ ਪਾਇਆ, ਜਿਨ੍ਹਾਂ ਨੂੰ ਸ਼ਹੀਦਾਂ ਦਾ ਸਰਤਾਜ ਵੀ ਕਿਹਾ ਜਾਂਦਾ ਹੈ। ਔਰ ਇਹ ਸ਼ਹਾਦਤ ਦਾ ਰੰਗ ਭਰਿਆ, ਇਸ ਦੀ ਗਹਿਰਾਈਆਂ, ਇਸ ਦੀ ਨੀਂਹ ਨੂੰ ਪੱਕਿਆ ਕਰਨ ਵਾਸਤੇ ਪਹਿਲਾਂ ਆਪਣਾ ਆਪ ਵਾਰ ਕੇ ਸਾਨੂੰ ਦੱਸਿਆ। ਦੇਖੋ ਸ਼ਹੀਦ ਹੋਏ ਹਨ। ਇਹ ਸ਼ਹੀਦ ਅੱਖਰ ਵੈਸੇ ਤੇ ਯਹੂਦੀਆਂ ਤੋਂ ਆਇਆ ਹੈ, ਅਰਬੀ ਦਾ ਅੱਖਰ ਹੈ, ਅਰਬੀ ਦਾ, ਜਿਹਦਾ ਭਾਵ ਇਹ ਹੁੰਦਾ ਹੈ ਕਿ ਗਵਾਹੀ, ਸੱਤ ਦੇ ਪ੍ਰਤੀ ਆਪਣਾ ਆਪ ਵਾਰ ਦੇਣਾ। ਦੇਖੋ ਮਰਦੇ ਤੇ ਬੜੇ ਹੀ ਨੇ, ਪਰ ਸੱਤ ਦੇ ਪ੍ਰਤੀ ਡੋਲੇ ਨਾ ਕੋਈ ਵੀ, ਉਹਨੂੰ ਸ਼ਹੀਦ ਕਹਿੰਦੇ ਨੇ। ਤੇ ਇਹ ਅਰਬੀ ਦਾ ਅੱਖਰ ਹੈ। ਆਇਆ ਤਾਂ ਵੈਸੇ ਯਹੂਦੀਆਂ ਤੋਂ ਸੀ, ਯਹੂਦੀਆਂ ਤੋਂ ਕ੍ਰਿਸਚਨ ਵਿੱਚ ਆਇਆ, ਕ੍ਰਿਸ਼ਨਾ ਤੋਂ ਫਿਰ ਕ੍ਰਿਸਚਨ ਤੋਂ ਫਿਰ ਇਹ ਆਇਆ ਇਸਲਾਮ ਵਿੱਚ, ਇਸਲਾਮ ਤੋਂ ਚੱਲ ਕੇ ਇਹ ਹਿੰਦੁਸਤਾਨ ਵਿੱਚ ਆਇਆ। ਔਰ ਇਹ ਪੂਰੇ ਏਸ਼ੀਆ ਦੇ ਵਿੱਚ ਧਿਆਨ ਦੇਣਾ, ਇਹ ਪਹਿਲੀ ਸ਼ਹਾਦਤ ਸੀ ਗੁਰੂ ਅਰਜਨ ਦੇਵ ਮਹਾਰਾਜ ਦੀ,
ਜਿਨ੍ਹਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਦੇਖੋ, ਇਸ ਤੋਂ ਪਹਿਲਾਂ ਵੀ, ਵੈਸੇ ਤੇ ਬਲੀ ਤੇ ਪਹਿਲਾਂ ਵੀ ਹਿੰਦੁਸਤਾਨ ਵਿੱਚ ਹੁੰਦੀ ਸਨ। ਕੋਈ ਰਾਜੇ ਹੁੰਦੇ ਸਨ, ਉਹ ਦਾਨ ਕਰਦੇ ਸਨ। ਬਲੀ, ਜਿਹਨੂੰ ਬਲੀਦਾਨ ਕਹਿੰਦੇ ਆ ਨਾ, ਬਲੀਦਾਨ। ਸ਼ਹੀਦ ਤੇ ਬਲੀਦਾਨ ਵਿੱਚ ਬਹੁਤ ਫਰਕ ਹੈ। ਸ਼ਹੀਦ ਤੇ ਹੁੰਦਾ ਕਿ ਕਿਸੇ ਸੱਚ ਦੇ ਵਾਸਤੇ ਲੜਨਾ। ਦੇਖੋ, ਝੂਠ ਜਿੰਨਾ ਮਰਜ਼ੀ ਬੋਲ ਲੋ, ਸੱਚ ਦੇ ਅੱਗੇ ਨਹੀਂ ਟਿਕ ਸਕਦਾ। ਅੰਧੇਰਾ ਹੈ। ਜਦੋਂ ਸੂਰਜ ਨਿਕਲਦਾ ਹੈ, ਫਿਰ ਅੰਧੇਰਾ ਛੁਪਣਾ ਵੀ ਚਾਹੇ, ਨਿਕਲਣਾ ਵੀ ਹੋਰ ਚਾਹਵੇ ਕਿ ਮੈਂ ਅੰਧੇਰਾ ਹੀ ਰਵਾਂ, ਨਹੀਂ ਰਹਿ ਸਕਦਾ। ਕਿਉਂ? ਕਿਉਂਕਿ ਸੂਰਜ ਦੀ ਰੋਸ਼ਨੀ ਪੈਂਦੇ ਹੀ ਅੰਧੇਰਾ ਚਲਾ ਜਾਂਦਾ ਹੈ। ਜਦੋਂ ਸੱਚ ਦਾ ਗਿਆਨ ਦਾ ਪ੍ਰਕਾਸ਼ ਕੋਈ ਕਰਦਾ ਹੈ, ਫਿਰ ਅੰਧੇਰੇ ਨੂੰ ਛੁਪਣਾ ਹੀ ਪੈਂਦਾ ਹੈ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਕਿਹਾ ਹੈ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ, ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਉਦੋਂ ਕੀ ਹੁੰਦਾ ਹੈ? ਜਦੋਂ ਤਾਰੇ ਛਪਦੇ ਨੇ, ਉਦੋਂ ਅੰਧੇਰਾ ਚਲਾ ਜਾਂਦਾ ਹੈ। ਜਦੋਂ ਸੂਰਜ ਨਿਕਲਦਾ ਹੈ, ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸ਼ਹੀਦੀ ਦੇ ਕੇ ਸਾਨੂੰ ਇਹ ਦਰਸਾ ਦਿੱਤਾ ਕਿ ਸੱਚ ਅੱਗੇ ਭਾਵੇਂ ਆਪਣਾ ਸਰੀਰ ਦਾ ਠੀਕੜਾ ਵੀ ਕਿਉਂ ਨਹੀਂ ਫੋੜਨਾ ਪਵੇ, ਪਰ ਸੱਚ ਦੇ ਅੱਗੇ, ਝੂਠ ਦੇ ਅੱਗੇ ਅਸੀਂ ਝੁਕਣਾ ਨਹੀਂ ਹੈ। ਤੋ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਸ਼ਹਾਦਤ ਅਸੀਂ ਸਾਂਝ ਕਰਨੀ ਹੈ। ਜਿਨ੍ਹਾਂ ਕੌਮਾਂ ਦੇ ਇਹ ਇਤਿਹਾਸ, ਇਤਨਾ ਦਰਦੀਲਾ ਇਤਿਹਾਸ ਜੇ ਅਸੀਂ ਸੁਣਾਂਗੇ ਤੇ ਜਾਂ ਸੁਣਾਵਾਂਗੇ ਨਹੀਂ ਨਾ, ਇੱਕ ਦਿਨ ਕੀ ਹੋਏਗਾ, ਇਹ ਕੌਮਾਂ ਖਤਮ ਹੋ ਜਾਂਦੀਆਂ ਨੇ। ਤਾਂ ਹੀ ਜਦੋਂ ਗੁਰਪੁਰਬ ਆਉਂਦੇ ਨੇ, ਗੁਰੂ ਸਾਹਿਬ ਦੇ ਪ੍ਰਕਾਸ਼ ਆਉਂਦੇ ਨੇ, ਜੋਤੀ ਜੋਤ ਦਿਵਸ ਆਉਂਦੇ ਨੇ, ਅਸੀਂ ਇਹਨਾਂ ਨੂੰ ਸਾਂਝ ਕਿਉਂ ਕਰੀਦਾ ਹੈ? ਕਿਉਂਕਿ ਸਾਡੀ ਜਿਹੜੀ ਸੁੱਤੀ ਹੋਈ ਆਤਮਾ ਹੈ, ਗੁਰੂ ਦਾ ਇਤਿਹਾਸ ਪੜ੍ਹ ਕੇ ਅਸੀਂ ਜਾਗ ਪਈਏ। ਦੇਖੋ, ਗੁਰੂ ਰਾਮਦਾਸ ਜੀ ਦੇ ਘਰ ਪਹਿਲੇ ਸਪੁੱਤਰ ਹੋਏ 1557 ਵਿੱਚ, ਪ੍ਰਿਥੀ ਚੰਦ ਦੇ ਨਾਮ ਤੋਂ। ਦੂਜੇ ਸਪੁੱਤਰ ਹੋਏ ਮਹਾਦੇਵ ਜੀ 1560 ਵਿੱਚ। ਤੀਜੇ ਸਪੁੱਤਰ 15 ਅਪ੍ਰੈਲ ਸਨ 1563 ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ। ਦੇਖੋ, ਕਿੰਨੇ ਭਾਗਾਂ ਵਾਲੇ ਸਨ। ਜਿਉਂ ਹੀ ਪ੍ਰਕਾਸ਼ ਹੋਇਆ ਤੇ ਬਿਰਧ ਬਾਬਾ ਨਾਨਾ ਬਾਬਾ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਗੋਦੀ ਵਿੱਚ ਲਿਆ। ਆਪਣੇ ਮੁਬਾਰਕ ਕਰ ਤੋਂ ਉਸ ਬੱਚੇ ਨੂੰ ਆਸ਼ੀਰਵਾਦ ਦਿੱਤਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਆ। ਜਨਮ ਤੋਂ ਹੀ ਗੁਰੂ ਦੀ ਮੱਤ, ਉਸ ਬ੍ਰਹਮ ਨੂੰ ਪਛਾਣਨ ਦੀ ਬਖਸ਼ਿਸ਼ ਗੁਰੂ ਅਮਰਦਾਸ ਪਾਤਸ਼ਾਹ ਨੇ ਦਿੱਤੀ ਹੈ। ਔਰ ਪਹਿਲਾ ਦਰਸ਼ਨ ਗੁਰੂ ਰਾਮਦਾਸ ਪਾਤਸ਼ਾਹ ਦੇ ਹੋਏ, ਔਰ ਅੰਮ੍ਰਿਤਮਈ ਦੁੱਧ ਬੀਬੀ ਭਾਣੀ ਜੀ ਦੇ ਥਣਾ ਤੋਂ ਪੀਤਾ। ਇਹ ਕਿੰਨੀ ਵੱਡੀ ਗੱਲ ਹੈ। ਜਿਹਨੂੰ ਵਰ ਸੀ, ਪਿਤਾ ਵੀ ਗੁਰੂ, ਪਤੀ ਵੀ ਗੁਰੂ, ਪੁੱਤਰ ਵੀ ਗੁਰੂ, ਪੋਤਰਾ ਵੀ ਗੁਰੂ, ਪੜਪੋਤਰਾ ਵੀ ਗੁਰੂ। ਤੇ 11 ਸਾਲ ਬਚਪਨ ਦੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬਤੀਤ ਕੀਤੇ ਹਨ। ਖਿਤਾਬ ਵੀ ਮਿਲਿਆ ਹੈ, ਦੋਹਤਾ ਬਾਣੀ ਕਾ ਬੋਹਿਤਾ। ਇਹ ਬਾਣੀ ਦਾ ਜਹਾਜ਼ ਹੋਵੇਗਾ, ਕਿਉਂਕਿ ਮਹਾਰਾਜ ਆਰਾਮ ਕਰ ਰਹੇ ਸਨ ਤੇ ਬਾਲਕ ਅਵਸਥਾ ਸੀ, ਵਿੱਚ ਸਨ ਗੁਰੂ ਅਰਜਨ ਦੇਵ ਮਹਾਰਾਜ। ਤੇ ਮੰਜੀ ਦਾ ਪਾਵਾ ਫੜਿਆ ਤੇ ਜਿਉਂ ਹੀ ਸੁਭਾਵਿਕ ਬਚਨ ਨਿਕਲੇ ਗੁਰੂ ਅਮਰਦਾਸ ਪਾਤਸ਼ਾਹ ਦੇ, ਆਰਾਮ ਕਰ ਰਹੇ ਸਨ।
ऐसा कौन पुरख है भारी जिसने मंजी साडी सारी हिलाई। ते बीबी भाणी जी कहते तुहाडा दोहता ही तो है वे। तो इस वेले वो खिताब मिलिया। तो ऐसे दीन दयाल सतगुरु ने 11 साल की उम्र तक घुड़सवारी, थोड़ी शस्त्र विद्या भी, गुरमत का ज्ञान भी गुरु अमरदास पातशाह जी के कोलों लिया। यह मैं तां इतिहास दस रहा, मैं टूक मात्र करके ते शहादत तक असी आना है। देखो गुरु अर्जन देव महाराज गद्दी ते बहन ते उन्होंने वो कारज किए हैं जो रहिंदी दुनिया तक कोई भुल नहीं सकता। हर मंदिर साहब की उसारी भी गुरु अर्जन देव महाराज ने की, आप नोट कर लो। तरन तारण साहब की भी नींव रखी। संतोख सरवी सरोवर गुरु साहब की बख्शी दे सदके, दुआबे दे कोल किरतपुर साहब जिहड़ा दुआबे दे कोल है उहदी वो नगर वसाया। हर गोबिंदपुरा की नींव भी गुरु अर्जन देव महाराज ने रखी। इत्थों तक गुरु ग्रंथ साहब की संपादना भी सब तो वड्डा जिहड़ा कारज सी जो साडे कलयुगी जीवां नूं एक उपकार कर गए जिन्हां नूं मैं ते तुसीं शब्दां दे विच असीं बयान नहीं कर सकते। ਉਹ ਵੇ गुरु ग्रंथ साहब महाराज जिन्हां दे सदके वो जहाज तैयार कर दिता। कबीर साहब कहते दीन दयाल भरोसे तेरे सब परिवार चढ़ाया बेड़े, जां तिस भावे ता हुक्म मनावे इस बेड़े को पार लंघावे। जिन्हां ने भी इस बेड़े दे उत्ते नाम जप के सवारी की है, या कर लईए या कर रहे ने या करनगे। वैसे बाणी की पंक्ति तो नहीं है। नानक जिस असीं पढ़ने ना, जो शरदा कर सेम दे गुर पार उतारन हार, नानक नाम जहाज है चढ़े सो उतरे पार। ये पंक्ति नहीं है गुरबाणी की। मैं एक आड़ लैके कह रहा कि जिहड़ा भी प्यार शरदा भावना दे नाल इस बेड़े ते चढ़ेगा वो अपना की जिस पिंड विच रह रहा होएगा उहदा भी भला हो जाएगा। कबीर सोई मुख धन है जे मुख कहिए राम, देही किसकी बापरी पवित्र होएगो ग्राम। ओदी विचारे दी दही की पवित्र होनी है, सारा पिंड ही पवित्र हो जाएगा। तो गुरु साहब ने वो जहाज गुरु ग्रंथ साहब के रूप में सानू तैयार करके दिता। थाल विच तिन वस्तु पईओ, सत संतोख विचारो, अमृत नाम ठाकुर का पयो, जिसका सबस आधारो। महाराज कहते जे को खावै जे को भुंचै तिसका होए उदारो। उहदा उदार होना ही होना है। जिहड़ा खाएगा खाण तो बाद उसनूं पचाएगा, भाव अमली जीवन करेगा, जिहड़ा उसते पहरा देगा। तो देखो इतने छोटे जे जीवन काल विच, क्योंकि 18 साल की उम्र च महाराज नूं गुरता गद्दी मिली। 1563 महाराज का प्रकाश होया गोइंदवाल 1581 की गल है। गद्दी ते बैठदे ही साध संगत महाराज दे अंदर क्यों शांति दे कुंज कहा जाता है, क्यों अंदर सहज सी, क्योंकि जिहड़ा माहौल सी ना उस वेले दा, ये नहीं कि भरा साडे अज ईरखा कर रहे ने, भैणां ईरखा करदियां ने, रिश्तेदार ईरखा करते हैं। ये गुरु घर तो भी चलती आ रही है। भरा ही पृथ्वी चंद विरोध करता सी, हालांकि घर बालक होया बड़े समय बाद हरगोबिंद पातशाह, उसनूं भी मारन दे मेरे ख्याल 3-4 वारी थना नूं दुध लगा जहर लगा के दही च बड़े सप छड्या। बड़े पृथ्वी चंद ने इस तरह के
ਬਿਲਕੁਲ ਨੀਵੇਂ ਕੰਮ ਕਰਕੇ ਤਾਂ ਕਿ ਹਰਗੋਬਿੰਦ ਪਾਤਸ਼ਾਹ ਨੂੰ ਮਾਰ ਦਿੱਤਾ ਜਾਵੇ। ਸੁਲੀ ਖਾਂ ਤੇ ਸੁਲਭੀ ਖਾਂ ਨਾਲ ਮਿਲ ਕੇ ਚੜ੍ਹਾਈ ਕਰਵਾਈ ਤਾਂ ਕਿ ਗੁਰੂ ਅਰਜਨ ਦੇਵ ਜੀ ਨੂੰ ਖਤਮ ਕੀਤਾ ਜਾਵੇ। ਦੇਖੋ ਕਿਤਨਾ ਮਾਹੌਲ, ਔਰ ਇਤਨੇ ਦੇ ਵਿੱਚ ਸਾਧ ਸੰਗਤ ਭਗਤੀ ਕਰਨਾ ਬਹੁਤ ਔਖਾ ਹੁੰਦਾ ਹੈ, ਪਰ ਜਿਹਦੇ ਅੰਦਰ ਬਾਣੀ ਹਿਰਦੇ ਵਿੱਚ ਵਸ ਜਾਏ ਉਹਨੂੰ ਫਿਰ ਕੁਛ ਸਾਧ ਸੰਗਤ ਇਹ ਦੁਨਿਆਵੀ ਦੁੱਖ ਨੇ ਨਾ ਜਿਹੜੇ, ਇਹ ਉਹਨੂੰ ਕੁਛ ਨਹੀਂ ਕਰ ਸਕਦੇ। ਗੁਰੂ ਘਰ ਦੇ ਕੀਰਤਨੀਆਂ ਤੱਕ ਭਰਮਾ ਦਿੱਤਾ ਪ੍ਰਿਥੀ ਚੰਦ ਨੇ, ਮਾਇਆ ਤੱਕ ਵੀ ਕਬਜ਼ਾ ਕਰ ਲਿਆ। ਦੇਖੋ, ਔਰ ਲੰਗਰ ਵੀ ਇੱਕ ਸਮਾਂ ਐਸਾ ਹੋਇਆ ਮਸਤਾਨੇ ਹੋ ਗਏ, ਮਹਾਰਾਜ ਨੇ ਚਨੇ ਤੱਕ ਉਸ ਲੰਗਰ ਵਿੱਚ ਵੀ ਵਰਤੇ ਗਏ ਨੇ। ਇੱਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਦੇ ਉੱਤੇ ਕੂੜਾ ਵੀ ਪਵਾਇਆ ਗਿਆ ਜਦ ਮਹਾਰਾਜ ਹਰਿਮੰਦਰ ਸਾਹਿਬ ਸੇਵਾ ਨੂੰ ਜਾਂਦੇ ਸਨ ਪ੍ਰਿਥੀ ਚੰਦ ਵੱਲੋਂ। ਔਰ ਜਹਾਂਗੀਰ ਦੇ ਕੰਨ ਵੀ ਜਿਹੜਾ ਭਰਨ ਵਾਲਾ ਸੀ, ਉਹਦੇ ਵਿੱਚ ਜ਼ਹਿਰ ਭਰਨ ਵਾਲੇ ਵਿੱਚ ਪ੍ਰਿਥੀ ਚੰਦ ਦਾ ਵੀ ਬੜਾ ਵੱਡਾ ਰੋਲ ਹੈ। तो इतने कारज महाराज ने सवारे, पर ਉਹਦੇ ਵਿੱਚ शहादत ਦੇ बड़े कारण बने। शहादत ਦੇ कारण बड़े सन। एक तो जहांगीर ਦਾ अपना ਜ਼ਹਿਰ ਸੀ, ਉਹ ਬਣਿਆ ਗੱਦੀ ਤੇ ਬੈਠਾ। ਇੱਕ ਸਭ ਤੋਂ ਵੱਡੀ ਗੱਲ ਸੀ ਜਿਹੜੀ ਉਸ ਵੇਲੇ ਦੀ, ਕਿ ਸਨਾਤਨ ਧਰਮ ਦੇ ਤੇ ਮੁਸਲਮਾਨ ਇਸਲਾਮ ਧਰਮ ਦੇ ਕਾਫੀ ਸਿੱਖ ਧਰਮ ਦੇ ਨਾਲ ਵਿੱਚ ਜੁੜ ਗਏ, ਕਿਉਂਕਿ ਮਹਾਰਾਜ ਦਾ ਪ੍ਰਤਾਪ, ਮਹਾਰਾਜ ਦੀ ਬਾਣੀ ਤੇ ਭਰੋਸਾ ਵੇਖ ਕੇ ਸਾਈਂ ਮੀਆਂ ਮੀਰ ਵਰਗੇ ਵੀ ਮੁਰੀਦ ਬਣ ਗਏ। ਭਾਈ ਮੰਝ, ਸਖੀ ਸਰਵਰ, ਭਾਈ ਬਹਿਲੋ ਜੀ, ਭਾਈ ਲੰਗਾ, ਭਾਈ ਸਾਧੋ, ਮੈਂ ਕਹਿੰਦਾ ਕਿੰਨੇ ਸਖੀ ਸਰਵਰ ਸਨ ਜਿਹੜੇ ਕਬਰਾਂ ਨੂੰ ਪੂਜਦੇ ਸਨ। ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਜਦੋਂ ਸਿੱਖੀ ਸਿਧਾਂਤਾਂ ਨੂੰ ਪੜ੍ਹਿਆ ਤੇ ਸੁਣਿਆ, ਉਸ ਵੇਲੇ ਇਹ ਆਪਣਾ ਧਰਮ ਛੱਡ ਕੇ ਤੇ ਸਿੱਖ ਧਰਮ ਨੂੰ ਅਪਣਾ ਲਿਆ। ਤੇ ਸਾਧ ਸੰਗਤ ਇੱਕ ਇਹਨਾਂ 'ਚ ਫਿਰਕਾ ਸੀ ਨਕਸ਼ਬੰਦੀਆਂ, ਨਕਸ਼ਬੰਦੀ ਦਾ ਇੱਕ ਫਿਰਕਾ ਸੀ ਇਹਨਾਂ ਵਿੱਚ। ਉਹਦੇ ਵਿੱਚ ਅਹਿਮਦ ਸਰਹੰਦੀ ਜਿਹੜਾ ਬੜਾ ਵੱਡਾ ਰੋਲ ਹੈ, ਉਹ ਵੀ ਇੱਕ ਕਾਰਨ ਬਣਿਆ। ਅੱਜ ਤੁਸੀਂ ਜਦੋਂ ਜਾਓ ਨਾ ਫਤਿਹਗੜ੍ਹ ਸਾਹਿਬ, ਅਹਿਮਦ ਸਰਹੰਦੀ ਦਾ ਇੱਕ ਕਿਲ੍ਹਾ ਹੈ ਸਾਹਮਣੇ, ਮਕਬਰਾ ਬਣਿਆ ਉਹਦਾ। ਕਈ ਜਾ ਕੇ ਅੱਜ ਵੀ ਮੱਥਾ ਉਸ ਨੂੰ ਟੇਕਦੇ ਨੇ ਕਬਰ ਤੇ। ਨਹੀਂ ਸਾਸ, ਉਹ ਵੀ ਜ਼ਹਿਰ ਘੋਲਣ ਵਿੱਚ, ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਕਾਤਲ ਸੀ। ਮੈਂ ਤਾਂ ਨਾਮ ਲੈ ਰਿਹਾ ਅਹਿਮਦ ਸਰਹੰਦੀ, ਕਿਉਂਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਦੇਖੋ, ਨਾਮ ਤੇ ਗੰਗੂ ਦਾ ਵੀ ਆਉਂਦਾ ਵੇ ਤੇ ਨਾਮ ਛੋਟੇ ਸਾਹਿਬਜ਼ਾਦਿਆਂ ਦਾ ਵੀ ਆਉਂਦਾ ਹੈ, ਪਰ ਉਹਨਾਂ ਨੂੰ ਯਾਦ ਉਹਨਾਂ ਦੀਆਂ ਅੱਛੇ ਕੰਮਾਂ ਕਰਕੇ ਯਾਦ ਕੀਤਾ ਜਾਂਦਾ ਹੈ। ਔਰੰਗਜ਼ੇਬ ਤੇ ਗੰਗੂ ਤੇ ਅਹਿਮਦ ਸਰਹੰਦੀ ਤੇ ਹੋਰ ਗੁਰੂ ਘਰ ਦੇ ਕਾਤਲ, ਉਹਨੂੰ ਦੂਜੇ ਤਰੀਕੇ ਨਾਲ ਉਹਨਾਂ ਨੂੰ ਕੋਸ ਕੇ ਯਾਦ ਕੀਤਾ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਵੀ ਇੱਕ ਕਾਰਨ ਸੀ, ਜਿਹਦੇ ਵਿੱਚ ਉਹ ਚਾਹੁੰਦੇ ਸਨ ਕਿ ਇਸਲਾਮ ਦੀ ਵਡਿਆਈ ਹੋ ਸਕੇ, ਇਹਦੇ 'ਚ ਜ਼ਰੂਰ ਕਰਨ। ਪਰ ਇਹ ਸਾਂਝਾ ਉਪਦੇਸ਼ ਸੀ, ਸਭ ਧਰਮਾਂ ਨੂੰ ਬਰਾਬਰ ਸੀ, ਕਿਸੇ ਧਰਮ ਨੂੰ ਖਾਸ ਨਹੀਂ। ਪ੍ਰਿਥੀ ਚੰਦ ਦੀ ਵਿਰੋਧਤਾ ਦਾ ਵੀ ਕਾਰਨ ਬਣਿਆ। ਚੰਦੂ ਦੀ ਕੁੜੀ ਜਿਹੜੀ ਸਦਾ ਕੌਰ ਸੀ, ਉਹਦਾ ਵੀ ਰਿਸ਼ਤਾ ਮੋੜਿਆ ਗਿਆ ਜਦੋਂ ਉਹਨੇ ਦਿੱਲੀ ਦੇ ਜਹਾਂਗੀਰ ਦੇ ਦਰਬਾਰ ਦੇ ਵਿੱਚ, ਉਸਨੇ ਜਿਹੜਾ ਦੀਵਾਨ ਸੀ ਚੰਦੂ, ਉਹਨੇ ਕਹਿ ਦਿੱਤਾ ਕਿੱਥੇ ਇਹ ਰਿਸ਼ਤਾ ਤੁਸੀਂ ਕਰ ਆਏ ਹੋ, ਚੁਬਾਰੇ ਦੀ ਇੱਟ ਕਿੱਥੇ ਮੋਰੀ ਨੂੰ ਲਾਇਓ, ਭਾਵ ਮੇਰਾ ਇਤਨਾ ਵੱਡਾ ਉੱਚਾ ਖਾਨਦਾਨ, ਮੇਰੀ ਵੱਡੀ ਇਤਨੀ ਸੋਹਣੀ ਕੁੜੀ, ਤੁਸੀਂ ਕਿੱਥੇ ਗੁਰੂ ਘਰ ਦੇ ਮੋਰੀ, ਗੁਰੂ ਘਰ ਨੂੰ ਛੋਟਾ ਮੋਰੀ, ਆਪਸ ਕੋ ਦਿਰ ਕਰ ਜਾਣੇ, ਔਰਨ ਕੋ ਲਗ ਮਾਤਰ। ਦੂਜਿਆਂ ਨੂੰ ਤੇ ਛੋਟਾ ਸਮਝਦਾ ਬੰਦਾ, ਆਪਣੇ ਆਪ ਨੂੰ ਬੜਾ ਵੱਡਾ। ਕਹਿੰਦੇ ਨੇ ਉਹ ਤੇ ਦਾਨ ਦੇ ਨਾਲ ਉਹਨਾਂ ਦਾ ਘਰ ਚੱਲਦਾ ਹੈ। 4 ਭਗਤ ਵੀ ਆਏ ਸਨ, ਭਗਤ ਕਾਨਾ ਜੀ, ਭਗਤ ਪੀਲੂ, ਭਗਤ ਛੱਜੂ ਜੀ, ਭਗਤ ਸ਼ਾਹ ਹੁਸੈਨ, ਇਹ ਵੀ ਕਾਰਨ ਬਣੇ ਨੇ।
पर एक मेन कारण सी साध संगत, उस नूं असीं शहीद साके, शहीदी साके दे नाल लैके चलने। वो किहड़ा हैगा सी? अकबर इस तो पहला सी बादशाह। देखो ध्यान देना, बड़ा ही नरम दिल दा सी। वो कट्टरवाद नहीं सी इतना। जितने भी मुगलों के अंदर बादशाह होए ने, अकबर एक ईमानदार ते एक गुरु घर नूं मनन वाला सी। वो भी कारण सी, उहदे घर औलाद नहीं सी। बड़ी थावां ते गया ते गुरु अमरदास जी दे घर पहुंच के पहले लंगर ते फिर बाद चो संगत वाली प्रथा नूं वेख के बड़ा प्रभावित होया ते उथों ये बख्शिश प्राप्त की, जिहदे घर सलीम पैदा होया। पर इन्हें अगे चल के नाम जहांगीर रख लिया। गीर तो भाव हुंदा मुट्ठी, ते जहां जगत संसार। उस अपना नाम तां चेंज कर दिता कि मैं इस जहान नूं मुट्ठी विच लैना है। ये आशी सी, कुकर्म करदा सी, कोई माड़ा काम ऐसा जिहड़ा वो ना करदा होवे, सारे कारे माड़े कर्म करदा सी। अकबर जो अकीदा गुरु घर वाल सी, वो चाहता सी कि एदा पोता जिहड़ा अमीर खुसरो सी, वो ख्याल उहदे अकबर दे नाल मिलदे सन। वो कहंदे सन मैं जागीर नूं नहीं गद्दी देनी, इस नूं देनी है। जहांगीर नूं पता लग गया कि मेरा पिता नहीं दे रहा, उन्हें नूर जहां नाल दूजा विआह कीता ते उहदे जिहड़े घर वाले नूं मार के कतल करके ते ओनूं नूर जहां दे नाल विआह कर लिया। वो नहीं चाहता सी कि अमीर खुसरो गद्दी ते बैठे, धोखे दे नाल गद्दी ते बह गया। हुण उन्हें वेख्या कि मनु इत्थे दी सारी इस्लाम लोग मनु चाहते नहीं है। उन्हां दा झुकाव अमीर खुसरो वाले, तो वो की करते सन? वो चाहता सी कि अमीर खुसरो नूं मैं किसी तरीके खत्म करा। तो उन्हें एक चाल खेडी। देखो चाल ये खेडी कि उन्हें कहा जी मैं हुण बनिया, मैं इस्लाम दे विच ना वादा करांगा। जद ये गल कई इस्लामी कट्टरवाद सन जिहड़े वो इहदे नाल हो गए। दरअसल विचों तो राज करना चाहता सी, है ये आशी सी। उन्हें नक्शबंदियां दा जिहड़ा मुखी सी शेख अहमद सरहंदी ते शेख मुहम्मद बाकी बिल्ला, इन्हां दा साथ कर लिया। ते शेख अहमद सरहंदी दा जिहड़ा सेवक सी मुर्तजा खां, उन्होंने भी सारियां नूं वस नाल कर लिया। ते ये जहांगीर दे बार बार कन भरदे रहंदे सन गुरु घर दे प्रति, क्योंकि ये गुरु घर दी महिमा नूं बर्दाश्त नहीं कर पा रहे सन। क्योंकि गुरु अर्जन देव महाराज जी दा संगतां बहुत सत्कार करन लग पईयां, दूरों दूरों आंदियां सन। चढ़ावा भी हुंदा सी हरमंदर साहिब दी उसारी, उस तो बाद एक ग्रंथ तैयार होना, और सारे गुरु घर वाल मोल्ड होई जा रहे सन। ते इस्लाम नूं ये कबूल नहीं सी जहांगीर नूं कि इस्लाम दे अंदर ये धर्म क्यों इतना वाधे विच हो रहा है। उन्हें अमीर खुसरो नूं जिहड़ा पुत्तर सी उन्होंने आगरे की जेल विच बंद कर दिता। वो चाहता इनू सजा देवां, सजा दे रहा सी। ते अमीर खुसरो ने एक बेनती की अपने प्यो नूं जहांगीर नूं कि मैं लाहौर दे विच जिहड़ी कबर है अकबर दी, मैं दादू दी, मैं उहदी दादू दी कबर ते फुल चढ़ाने ने। उन्हें कहा चलो दादू पोते दा प्यार बहुत है, ते इनू छड्ड दिता। ते ज्यों ही छड्डिया वो साध संगत, उहदा मकसद ते कुछ होर सी, बई जहांगीर तू तखत तो उतारना ते मैं राज करना। वो फिर चलिया रस्ते विच पिछे पिछे मुर्तजा खां उहदे नाल नाल चलदा रहा। देखो उहदे पिछे जहांगीर अपनी फौज लैके चलदा रहा। वो जिथे जिथे भी जिन्हें भी सहयोग दिता उसनूं सैना दा या किसी ने पनाह दिती, ते अहमद सरहंदी उसनूं मारदा गया।
ਜਹਾਂਗੀਰ ਨੂੰ ਵੀ ਕਹਿੰਦਾ ਰਿਹਾ ਬਈ ਇਹ ਤੇਰੇ ਸਾਰੇ ਪੁੱਤਰ ਦੇ ਨਾਲ ਤੇਰੇ ਬਾਗੀ ਨੇ ਔਰ ਤੇਰੇ ਪੁੱਤਰ ਦਾ ਸਾਥ ਦੇ ਰਹੇ ਨੇ। ਜਦ ਸਾਰਿਆਂ ਨੂੰ ਕਰਦਾ ਕਰਦਾ ਪਹੁੰਚਿਆ ਤੇ ਅੱਗੇ ਜਾ ਕੇ ਇਹਨੂੰ ਗ੍ਰਿਫਤਾਰ ਕਰ ਲਿਆ। ਦੇਖੋ ਸਾਧ ਸੰਗਤ, ਇਹਨਾਂ ਦੇ ਵਿੱਚ ਕਿੰਨੀ ਕੱਟੜਤਾ ਹੈ। ਇਹਨੇ ਆਪਣੇ ਪੁੱਤਰ ਅਮੀਰ ਖੁਸਰੋ ਦੀਆਂ ਬੰਦੀ ਬਣਾ ਕੇ ਨਾ, ਅੱਖਾਂ ਦੀਆਂ ਪਲਕਾਂ ਹੁੰਦੀਆਂ ਨਾ ਜਿਹੜੀਆਂ, ਉਹਦੇ ਵਿੱਚ ਗਰਮ ਸੂਈ ਕਰਕੇ ਜ਼ਹਿਰ ਲਾ ਕੇ ਨਾ, ਤੇ ਅੱਖਾਂ ਦੀਆਂ ਪਲਕਾਂ ਦੇ ਵਿੱਚ ਉਸ ਨੂੰ ਸੂਈਆਂ ਚੋਭ ਕੇ, ਜਿਸ ਤਰ੍ਹਾਂ ਟਾਂਕੇ ਨਹੀਂ ਲਾਈਦੇ ਉਸ ਤਰ੍ਹਾਂ ਇਸ ਨੂੰ ਤੜਫਾ ਤੜਫਾ ਕੇ ਆਪਣੇ ਪੁੱਤਰ ਨੂੰ ਮਾਰਿਆ। ਜਦ ਗੱਲ ਖਤਮ ਹੋ ਗਈ, 20-25 ਦਿਨ ਹੋ ਗਏ, ਇਹੀ ਸਰਹੰਦੀ ਕੰਨ ਭਰ ਰਿਹਾ, ਮੁਰਤਜ਼ਾ ਖਾਂ ਵੀ ਕੰਨ ਭਰ ਰਿਹਾ। ਰੋਜ਼ ਚਿੱਠੀ ਲਿਖਦਾ ਹੈ ਜਹਾਂਗੀਰ ਨੂੰ, ਤੁਸੀਂ ਜਿਨ੍ਹਾਂ ਨੂੰ ਫੜਨਾ ਸੀ ਉਹ ਤੇ ਫੜਿਆ ਨਹੀਂ। ਕਾਰਨ ਤੇ ਬੜੇ ਸਨ ਪਰ ਕੋਈ ਮੁੱਖ ਕਾਰਨ ਨਹੀਂ ਸੀ। ਤੇ ਉਹਨਾਂ ਨੇ ਜਹਾਂਗੀਰ ਨੂੰ ਕਿਹਾ ਕਿ ਜਹਾਂਗੀਰ, ਇਹ ਅਮੀਰ ਖੁਸਰੋ ਨੂੰ ਵੀ ਇਹਨਾਂ ਨੇ ਪਨਾਹ ਦਿੱਤੀ ਹੈ ਤਰਨ ਤਾਰਨ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ। ਇਹ 20 ਦਿਨਾਂ ਬਾਅਦ ਗੱਲ ਕੀਤੀ ਉਹਨੇ, ਤੇ ਮਹਾਰਾਜ ਨੇ 5000 ਰੁਪਇਆ ਵੀ ਦਿੱਤਾ, ਇਸ ਨੂੰ ਆਸ਼ੀਰਵਾਦ ਵੀ ਦਿੱਤਾ, ਟਿੱਕਾ ਵੀ ਲਾਇਆ, ਸਾਰੇ ਅਰਦਾਸ ਵੀ ਇਹਦੇ ਪ੍ਰਤੀ ਕੀਤੀ। ਜਦ ਇਹ ਗੱਲ ਸੁਣੀ ਤੇ ਜਹਾਂਗੀਰ ਨੇ ਇਸ ਨੂੰ ਵੱਡਾ ਕਾਰਨ ਬਣਾ ਕੇ 20 ਮਈ ਨੂੰ ਐਲਾਨ ਕਰ ਦਿੱਤਾ ਕਿ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਵੇ। ਤੇ ਸਾਧ ਸੰਗਤ, ਗੁਰੂ ਸਾਹਿਬ ਨੂੰ ਜਦ ਪਤਾ ਲੱਗਿਆ, ਇਹ 20 ਮਈ ਦੀ ਗੱਲ ਹੈ, ਤੇ 22 ਮਈ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 5 ਸਿੰਘ ਨਾਲ ਲਏ, ਬਿਧੀ ਚੰਦ ਜੀ, ਭਾਈ ਜੇਠਾ, ਪਿਰਾਨਾ ਜੀ, ਲੰਗਾ ਤੇ ਪੇੜਾ, ਭਾਈ ਪੇੜਾ ਜੀ, ਇਹ 5 ਸਿੱਖ ਨਾਲ ਗਏ। ਇਹ ਗੱਲ ਹੈ 22 ਮਈ ਦੀ। ਤੇ ਜਦ ਲਾਹੌਰ ਜਾ ਕੇ ਪੇਸ਼ ਕੀਤਾ ਗਿਆ ਜਹਾਂਗੀਰ ਦੇ ਸਾਹਮਣੇ, ਇਹ 1606 ਵਿੱਚ ਦੀ ਗੱਲ ਹੈ। 1605 ਵਿੱਚ ਜਹਾਂਗੀਰ ਬਣਿਆ ਤੇ 1604 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ ਹੈ। ਮੈਂ ਟੂਕ ਮਾਤਰ ਤਾਂ ਕਹਿ ਰਿਹਾ, ਇਤਿਹਾਸ ਬਹੁਤ ਲੰਬਾ ਹੈ। 1606 22 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਜਹਾਂਗੀਰ ਦੇ ਸਾਹਮਣੇ। ਤੇ ਜਹਾਂਗੀਰ ਨੇ ਫਿਰ ਇਹਨਾਂ ਨੂੰ 2 ਦਿਨ ਭੁੱਖਾ ਤੇ ਪਿਆਸਾ ਰੱਖਿਆ। ਗਰਮੀ ਬਹੁਤ ਸੀ, ਜੂਨ ਦਾ ਮਹੀਨਾ ਸੀ, ਹਾੜ ਦਾ। ਅੱਜ ਕੱਲ੍ਹ ਤੋਂ ਜ਼ਿਆਦਾ ਗਰਮੀ ਪਹਿਲਾਂ ਹੁੰਦੀ ਸੀ। ਅੱਜ ਕੱਲ੍ਹ ਠੰਡ ਵੀ ਘੱਟ ਗਈ ਹੈ ਤੇ ਗਰਮੀ ਵੀ ਘੱਟ ਗਈ। ਅਸੀਂ ਬਹੁਤ ਛੋਟੇ ਹੁੰਦੇ ਸਨ, 50 ਸਾਲ ਪੁਰਾਣੀ ਗੱਲ, ਗਰਮੀ ਬਹੁਤ ਪੈਂਦੀ ਸੀ ਕਹਿਰ ਦੀ। ਅੱਜ ਕੱਲ੍ਹ ਤਾਂ ਫਿਰ ਵੀ ਘੱਟ ਗਈ ਹੈ। ਉਸ ਵੇਲੇ ਬਹੁਤ ਜ਼ਿਆਦਾ ਗਰਮੀ ਸੀ ਤੇ ਉਸ ਗਰਮੀ 'ਚ ਮਹਾਰਾਜ ਨੂੰ ਭੁੱਖਾ ਤੇ ਪਿਆਸਾ ਰੱਖਿਆ 2 ਦਿਨ। ਇਹ ਗੱਲ ਹੈ 26 ਤੇ 27, 2 ਦਿਨ। 28 ਮਈ ਨੂੰ ਜਹਾਂਗੀਰ ਨੇ ਜਾਣਾ ਸੀ ਕਸ਼ਮੀਰ ਵੱਲ, ਤੇ ਉਹਨੇ ਚੰਦੂ ਨਾਲ ਮਿਲ ਕੇ ਇੱਕ ਯਾਸਾ ਕਾਨੂੰਨ ਹੁੰਦਾ ਹੈ। ਯਾਸਾ ਕਾਨੂੰਨ ਉਹ ਸੀ ਜੋ ਮੰਗੋਲ ਦੇ ਅੰਦਰ, ਮੰਗੋਲਾਂ ਦੇ ਵਿੱਚ ਇੱਕ ਹੁੰਦਾ ਸੀ ਚੰਗੇਜ਼ ਖਾਨ, ਜੋ 1206 ਦੇ ਵਿੱਚ ਇਹਨੇ ਲਾਗੂ ਕੀਤਾ ਤੇ 1218 ਤੱਕ 12 ਸਾਲ ਇਸ ਨੂੰ ਚੱਲਦਾ ਰਿਹਾ ਇਹ ਕਾਨੂੰਨ। ਬਈ ਕਿਸੇ ਨੂੰ ਤਸੀਹੇ ਦੇਣੇ ਹੋਣ ਨਾ, ਇਹ ਸਭ ਤੋਂ ਵੱਡਾ ਤਸੀਹਾ ਸੀ ਯਾਸਾ ਕਾਨੂੰਨ, ਜਿਹਦੇ ਵਿੱਚ ਇਸ ਤਰ੍ਹਾਂ ਮਾਰਿਆ ਜਾਵੇ ਕਿ ਧਰਤੀ ਦੇ ਉੱਤੇ ਇੱਕ ਵੀ ਖੂਨ ਦੀ ਕਤਰਾ ਵੀ ਨਾ ਡੁੱਲੇ। ਕਾਤਲ ਨੂੰ ਇਸ ਤਰ੍ਹਾਂ ਮਾਰਨਾ ਹੈ, ਕਿਉਂਕਿ ਉਹਨਾਂ ਦੀ ਸੋਚ ਸੀ ਕਿ ਜਿੰਨੇ ਕਤਰੇ ਧਰਤੀ ਤੇ ਗਿਰਨਗੇ, ਇੱਕ ਇੱਕ ਕਤਰੇ ਦੇ ਵਿੱਚ ਹਜ਼ਾਰਾਂ, ਸੈਂਕੜੇ, ਲੱਖਾਂ ਸ਼ਹੀਦ ਪੈਦਾ ਹੋਣਗੇ। ਤੋ ਐਸੇ ਤਸੀਹੇ ਦਿੱਤੇ ਜਾਣ। ਇਹ 1218 ਤੱਕ ਇਹ ਯਾਸਾ ਕਾਨੂੰਨ ਚੱਲਿਆ, ਪਰ ਜਹਾਂਗੀਰ ਨੂੰ ਇਹਨਾਂ ਨੇ ਕੰਨ ਭਰ ਕੇ ਇਸ ਯਾਸਾ ਕਾਨੂੰਨ ਦੇ ਵਿੱਚ ਲਿਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਇਹ ਯਾਸਾ ਕਾਨੂੰਨ ਦੇ ਵਿੱਚ ਲਿਆ ਕੇ ਇਹ ਸਜ਼ਾ ਸੁਣਾ ਦਿੱਤੀ। 25-26 ਨੂੰ ਭੁੱਖਾ ਰੱਖਿਆ, 26-27 ਨੂੰ ਭੁੱਖਾ ਰੱਖਿਆ। ਚੰਦੂ ਦੀ ਹਵੇਲੀ ਵਿੱਚ ਇਹਨਾਂ ਨੂੰ ਕੈਦ ਕੀਤਾ ਗਿਆ। ਆਪ ਚਲਾ ਗਿਆ ਕਸ਼ਮੀਰ। ਚੰਦੂ ਤੇ ਸ਼ੁਰੂ ਤੋਂ ਹੀ ਚਾਹੁੰਦਾ ਸੀ, ਕਿਉਂਕਿ ਉਹਦੇ ਜਿਹੜਾ ਗੁਰੂ ਸਾਹਿਬ ਨੇ ਸੰਗਤ ਦੀ ਗੱਲ ਕਰਕੇ ਜਿਹੜੀ ਕੁੜਮਾਈ ਹੋਈ ਸੀ, ਮਹਾਰਾਜ ਨੇ ਠੁਕਰਾ ਦਿੱਤੀ, ਕਿਉਂਕਿ ਸੰਗਤ ਨੂੰ ਮਹਾਰਾਜ ਨੇ ਬੜਾ ਉੱਚਾ ਦਰਜਾ ਦਿੱਤਾ ਹੈ।
ਤੇ ਉਹ ਆਪਣਾ ਬਦਲਾ ਲੈਣਾ ਚਾਹੁੰਦਾ ਸੀ। ਤੇ ਇਹ ਗੱਲ ਹੈ 28 ਮਈ ਦੀ। ਦੇਖੋ ਗਰਮੀ ਕਹਿਰ ਦੀ ਸੀ, ਮਹਾਰਾਜ ਭੁੱਖੇ ਪਿਆਸੇ, ਪਰ ਉਹ ਸਮਝਦੇ ਸਨ ਮਹਾਰਾਜ ਸਰੀਰ ਵਿੱਚ ਨੇ। ਪਰ ਮਹਾਰਾਜ ਤੇ ਉਸ ਪਰਮਾਤਮਾ ਦੇ ਵਿੱਚ ਲੀਨ ਸੀ, ਉਹ ਸਰੀਰ ਤੋਂ ਪਾਸੇ ਸਨ। ਦੇਖੋ ਇਤਿਹਾਸ ਵਿੱਚ ਆਉਂਦਾ ਕਿ ਚੰਦੂ ਦੀ ਨੂੰਹ ਆਈ ਸੀ, ਉਹਨੇ ਮਹਾਰਾਜ ਨੂੰ, ਨਹੀਂ ਕੋਈ ਐਸਾ ਕੋਈ, ਇਹ ਸਾਧ ਸੰਗਤ ਕਈ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਦੀਆਂ ਹੀ ਗੱਲਾਂ ਲਿਖ ਕੇ, ਕੋਈ ਚੰਦੂ ਦੀ ਨੂੰਹ ਨਹੀਂ ਆਈ। 28 ਮਈ ਨੂੰ ਚੰਦੂ ਨੇ ਫਿਰ ਐਲਾਨ ਕੀਤਾ ਕਿ ਉਬਲਦੀ ਦੇਗ ਕੀਤੀ ਗਈ। ਮਹਾਰਾਜ ਨੂੰ ਉਸ ਦੇਗ ਵਿੱਚ ਬਿਠਾਇਆ ਗਿਆ। ਪੰਜੋ ਸਿੰਘ ਇਹ ਸਾਰਾ ਸੀਨ ਦੇਖ ਰਹੇ ਨੇ। ਦੇਖੋ ਕਦੀ ਉਬਲਦੇ ਪਾਣੀ ਵਿੱਚ ਇੱਕ ਉਂਗਲੀ ਵੀ ਪੈ ਜਾਏ ਨਾ, ਕਿੰਨੇ ਦਿਨ ਤੱਕ ਪੀੜਾ ਰਹਿੰਦੀ ਹੈ। ਔਰ ਥੋੜਾ ਜਿਹਾ ਵੀ ਛਾਲਾ ਹੋ ਜਾਏ ਨਾ, ਕਿਤਨਾ ਦੁਖੀ ਕਰਦਾ ਹੈ। ਉਬਲਦੀ ਦੇਗ ਵਿੱਚ ਮਹਾਰਾਜ ਨੂੰ ਬਿਠਾਇਆ ਗਿਆ। ਇਹ ਤੀਜਾ ਦਿਨ ਸੀ। ਮਾਸ ਸਰੀਰ ਤੋਂ ਬਿਲਕੁਲ ਅਲੱਗ ਹੋ ਗਏ, ਲੂਥੜੇ ਅਲੱਗ ਹੋ ਗਏ, ਬਿਲਕੁਲ ਹੱਡੀਆਂ ਹੱਡੀਆਂ ਰਹਿ ਗਈਆਂ। ਦੇਖੋ ਗਲ ਗਿਆ। ਇੱਥੋਂ ਤੱਕ ਜਿਹੜਾ ਖੂਨ ਸੀ ਉਹ ਵੀ ਪਾਣੀ ਦੇ ਵਿੱਚ ਰਲ ਗਿਆ। ਇਹ ਹਾਲਤ ਦੇਖ ਕੇ ਭਾਈ ਭੈੜਾ ਜੀ ਤੇ ਭਾਈ ਲੰਗਾ ਜੀ ਨੇ ਮਹਾਰਾਜ ਨੂੰ ਦੇਗ ਦੇ ਵਿੱਚੋਂ ਕੱਢਿਆ, ਔਰ ਪੂਰੀਆਂ ਹੱਡੀਆਂ ਸਨ। ਸਰੀਰ ਦੇ ਵਿੱਚੋਂ ਮਾਸ ਉਤਰ ਗਿਆ। ਕਦੀ ਸਰੀਰ ਤੋਂ ਮਾਸ ਉਤਰ ਜਾਏ ਨਾ, ਤੁਸੀਂ ਸਰੀਰ ਦੇਖ ਨਹੀਂ ਸਕਦੇ। ਕਸੂਰ ਕੀ ਸੀ? ਕਿਸੇ ਬਾਰੇ ਬੁਰਾ ਨਹੀਂ ਬੋਲਿਆ, ਕਦੀ ਪਰਮਾਤਮਾ ਨੂੰ ਉਲਾਹਣਾ ਨਹੀਂ ਦਿੱਤਾ, ਕਿਸੇ ਵਾਸਤੇ ਮੰਦੇ ਬੋਲ ਨਹੀਂ ਬੋਲੇ। ਉਹ ਵੀ ਪਰਮਾਤਮਾ ਨੂੰ ਕਹਿ ਸਕਦੇ ਸਨ ਕਿ ਹੇ ਪਰਮਾਤਮਾ, ਮੈਂ ਤੇਰੇ ਵਾਸਤੇ ਕਿਹੜਾ ਕੰਮ ਨਹੀਂ ਮਾੜਾ ਕੀਤਾ, ਦੱਸ। ਮੈਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਹਰਿਮੰਦਰ ਦੀ ਉਸਾਰੀ ਕੀਤੀ, ਦਵਾਖਾਨੇ ਕੋੜੀ ਖਾਨੇ ਚਲਾਏ, ਲੋਕਾਂ ਦਾ ਮੈਂ ਭਲਾ ਕੀਤਾ, ਪਰ ਉਹਦੇ ਬਦਲੇ ਤੁਸੀਂ ਮੈਨੂੰ ਇਹ ਸਜ਼ਾ ਦੇ ਰਹੇ ਹੋ। ਪਰ ਨਹੀਂ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਸੀ 28 ਮਈ। ਦਿਨ ਚੜਿਆ 29 ਮਈ ਦਾ। ਪਰ ਚੰਦੂ ਜਿਹੜਾ ਅੰਦਰੋਂ ਭਖਿਆ ਪਿਆ ਸੀ। ਦੇਖੋ ਜਦ ਤੁਹਾਡੇ ਅੰਦਰ, ਮੈਂ ਤੇ ਕਈ ਵਾਰੀ ਅਕਸਰ ਕਹਿਣਾ, ਆਪਣੇ ਆਪ ਨੂੰ ਬਾਣੀ ਨੂੰ ਨਾਲ ਚੈੱਕ ਕਰਨਾ ਹੋਵੇ ਨਾ, ਜਿਸ ਤਰ੍ਹਾਂ ਸਾਡੇ ਅੰਦਰ ਬੁਖਾਰ ਹੈ ਤੇ ਅਸੀਂ ਥਰਮਾਮੀਟਰ ਲਾਉਂਦੇ ਹਾਂ ਨਾ, ਇਹ ਧਿਆਨ ਦੇਣਾ ਜਰਾ। ਤੇ ਥਰਮਾਮੀਟਰ ਸਾਨੂੰ ਦੱਸ ਦਿੰਦਾ ਸਾਡੇ ਅੰਦਰ ਕਿੰਨਾ ਬੁਖਾਰ ਹੈ, ਦੱਸ ਦਿੰਦਾ ਨਾ, 100 ਵੇ, 101, 2, 3 ਜਾਂ 90 ਸੀ, ਜੋ ਵੀ ਹੈ। ਅਸੀਂ ਆਪਣੇ ਆਪ ਨੂੰ ਚੈੱਕ ਕਰਨਾ ਹੈ ਕਿ ਬਾਣੀ ਸਾਡੇ ਹਿਰਦੇ ਵਿੱਚ ਗਈ ਹੈ ਕਿ ਨਹੀਂ ਗਈ। ਜਦੋਂ ਘਰ ਵਿੱਚ ਦੁੱਖ ਆ ਜਾਏ, ਜੇ ਤੁਹਾਡਾ ਮਨ ਕਲਪ ਰਿਹਾ ਹੈ, ਪਰਮਾਤਮਾ ਨੂੰ ਉਲਾਂਭੇ ਦੇ ਰਿਹਾ, ਤੇ ਸਮਝ ਲੈਣਾ ਬਾਣੀ ਹਾਲੇ ਸਾਡੇ ਹਿਰਦੇ ਵਿੱਚ ਨਹੀਂ ਗਈ, ਹਾਲੇ ਪੜ੍ਹਨ ਤੇ ਪੜ੍ਹਾਉਣ ਤੱਕ ਹੀ ਰਹਿ ਗਈ ਹੈ। ਜਾਂ ਦੋ ਕੰਨ ਨੇ, ਇੱਕ ਵਿੱਚੋਂ ਸੁਣ ਰਹੇ ਹਾਂ, ਦੂਜੇ ਵਿੱਚੋਂ ਕੱਢ ਰਹੇ ਹਾਂ। ਜਦੋਂ ਬਾਣੀ ਹਿਰਦੇ ਵਿੱਚ ਚਲੇ ਜਾਏਗੀ ਨਾ, ਇਹ ਪਤਾ ਲੱਗ ਜਾਏਗਾ ਕਿ ਇਹ ਜੋ ਕੁਛ ਹੋ ਰਿਹਾ ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ। ਜੋ ਤਿਸ ਭਾਵੇ ਸੋਈ ਹੋਗ, ਕਰਨ ਕਰਾਵਣ ਕਰਨੇ ਜੋਗ, ਜੋ ਤਿਸ ਭਾਵੇ ਸੋਈ ਹੋਗ। ਜਦੋਂ ਇਸ ਚੀਜ਼ ਦਾ ਗਿਆਨ ਹੋ ਗਿਆ, ਫਿਰ ਤੇ ਸਰੀਰ ਤੇ ਉੱਤੇ ਆਰੇ ਵੀ ਚੱਲ ਜਾਣਾ, ਤੇ ਉਹ ਉਹਦੇ ਵਿੱਚੋਂ ਵੀ ਆਨੰਦ ਲਏਗਾ। ਉਹ ਕਹੇਗਾ ਮੈਂ ਦੁਨੀਆ ਦੇ ਆਨੰਦ ਤੇ ਬੜੇ ਲੱਲੇ ਨੇ, ਮੈਂ ਆਰੇ ਦਾ ਆਨੰਦ ਨਹੀਂ ਲਿਆ। ਕਰਵਟ ਭਲਾ ਨਾ ਕਰਵਤ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਉਹ ਕਹਿੰਦਾ ਮੈਂ ਗੁਰੂ ਦੀ ਪਿੱਠ ਨਹੀਂ ਲੈਣਾ ਚਾਹੁੰਦਾ, ਮੈਂ ਕਰਵਟ ਦਾ ਸਵਾਦ ਵੇਖਣਾ ਹੈ, ਆਰੇ ਦਾ ਸਵਾਦ ਵੇਖਣਾ ਹੈ। ਉਹ ਆਰੇ ਵਿੱਚੋਂ ਵੀ ਆਨੰਦ ਲੈ ਰਿਹਾ ਹੈ। ਤੇ ਅਸੀਂ
ਏਸੀ ਦੇ ਕਮਰਿਆਂ ਵਿੱਚ ਬਹਿ ਕੇ ਵੀ ਆਨੰਦ ਨਹੀਂ ਲੈਂਦੇ। ਜੇ ਅੰਦਰ ਭੱਖਿਆ ਪਿਆ ਨਾ, ਬਾਹਰ ਤੂੰ ਭਾਵੇਂ ਏਸੀ ਦੇ ਪਲਾਂਟ ਵੀ ਲਗਾ ਲੈ, ਮੈਨੂੰ ਖਿਮਾ ਕਰ ਦੇਣਾ, ਜੇ ਅੰਦਰ ਸਾਡਾ ਤਪ ਰਿਹਾ ਹੈ ਨਾ, ਤੇ ਬਾਹਰ ਦੀ ਠੰਡਕ, ਤੂੰ ਘਰ ਕੀ, ਤੂੰ ਸਾਰਾ ਕੁਛ ਠੰਡਾ ਕਰ ਲੈ ਆਪਣੇ ਆਪ ਨੂੰ, ਬਾਹਰ ਜਿਤਨੀ ਮਰਜ਼ੀ ਠੰਡਕ ਕਰ ਲੈ, 2-4 ਏਸੀ ਲਗਾ ਲੈ, ਪਰ ਅੰਦਰ ਹੈ ਨਾ ਜਿਹੜੀ ਗਰਮੀ, ਅੰਦਰ ਦੀ ਤਪਸ਼ ਹੈ, ਉਹ ਨਹੀਂ ਬਾਹਰ ਦੀ ਠੰਡਕ ਦੇ ਨਾਲ ਜਾ ਸਕਦੀ। ਜਲਨ ਬੂਝੀ ਸ਼ੀਤਲ ਹੋਏ ਮਨੂਆ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੂਝੀ ਸ਼ੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਦੋਂ ਬਾਣੀ ਅੰਦਰ ਚਲੀ ਜਾਂਦੀ ਹੈ ਨਾ, ਫਿਰ ਬਾਹਰ ਦੇ ਤਸੀਹੇ ਕਿਸੇ ਨੂੰ ਡਰਾ ਨਹੀਂ ਸਕਦੇ। ਚੰਦੂ ਕਹਿੰਦਾ ਹੈ, ਉਹਨੇ ਸੋਚਿਆ ਮਹਾਰਾਜ ਹੁਣ ਤੇ ਡੋਲ ਗਏ ਹੋਣਗੇ, ਦੇਖੋ ਸਰੀਰ ਬਿਲਕੁਲ ਹੱਡੀਆਂ ਰਹਿ ਗਈਆਂ ਨੇ, ਔਰ ਕਿਸ ਤਰ੍ਹਾਂ ਇਮੇਜਿਨ ਕਰੋ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਉਹ ਰਾਤ ਕੱਟੀ ਹੋਣੀ ਹੈ। ਮੈਂ ਪਹਿਲਾਂ ਕਿਹਾ ਤੁਹਾਡਾ ਇੱਕ ਹੱਥ ਸਾਡਾ ਅਗਰ 1-2 ਉਂਗਲਾਂ ਹੀ ਗਰਮ ਪਾਣੀ ਦੇ ਵਿੱਚ ਆ ਜਾਣ ਤੇ ਸਾਨੂੰ ਸਾਰੀ ਰਾਤ ਚੈਨ ਨਹੀਂ ਆਉਂਦਾ। ਮਹਾਰਾਜ ਨੂੰ ਉਬਲਦੀ ਦੇਗ ਵਿੱਚ ਮਾਸ ਸਾਰਾ ਸਰੀਰ ਤੋਂ ਵੱਖ ਹੋ ਜਾਏ ਤੇ ਗੁਰੂ ਦੇ ਪਿਆਰਿਆਂ ਨੇ ਬਾਹਰ ਕੱਢ ਕੇ ਤੇ ਫਿਰ ਪੂਰੀ ਰਾਤ ਮਹਾਰਾਜ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਔਰ ਪਰਮਾਤਮਾ ਦਾ ਸ਼ੁਕਰ ਕਰ ਰਹੇ ਨੇ। ਇਹ ਭਾਣੇ ਮੰਨਣ ਦੀ ਹੁਕਮੀ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਦੇਖੋ ਮੀਰ ਮੰਨੂ ਦੀ ਜੇਲ੍ਹ ਵਿੱਚ ਉਹ ਬੀਬੀਆਂ ਜਿਨ੍ਹਾਂ ਨੇ 1.25 ਮਣ ਦੇ ਪੀਸੇ ਸੁਣੀਦਾ ਨਾ ਅਰਦਾਸ ਵਿੱਚ, ਸਵੇਰੇ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਕੱਟ ਕੇ ਨਾ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਵਾਉਂਦੇ ਸਨ। ਇੰਨੇ ਤਸੀਹੇ ਮਾਤਾਵਾਂ ਨੂੰ ਦਿੰਦੇ ਸਨ। ਅੱਜ ਕੱਲ੍ਹ ਤੇ ਉਹ ਮਾਤਾਵਾਂ, ਮਹਾਰਾਜ ਕਿਰਪਾ ਕਰਨ, ਉਹ ਮਾਤਾਵਾਂ ਦੇ ਵੀ ਇਤਿਹਾਸ ਬੜੇ ਨੇ, ਸਾਡੇ ਵਿੱਚ ਵੀ ਨੇ, ਇਹ ਨਹੀਂ ਕਿ ਨਹੀਂ ਨੇ। ਔਰ ਸ਼ਾਮ ਨੂੰ ਸੋਦਰ ਦਾ ਪਾਠ ਕਰਨਾ, ਤੇ ਉਹ ਰੂਟ ਤੇ ਆਉਂਦਾ ਸੀ ਤੇ ਵੇਖਦਾ ਸੀ ਇਹਨਾਂ ਦੇ ਬੱਚਿਆਂ ਦੇ, ਮੈਂ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਇਹਨਾਂ ਦੇ ਗਲੇ ਵਿੱਚ ਹਾਰ ਪਵਾ ਦਿੱਤਾ। ਇਹ ਪਤਾ ਨਹੀਂ ਕਿਹੜੀ ਕਲਾਮ ਸ਼ਾਮ ਨੂੰ ਪੜ੍ਹਦੇ ਨੇ ਤੇ ਉਸ ਤੋਂ ਬਾਅਦ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਦਿਨ ਸੁੱਖਾਂ ਦਾ ਬਤੀਤ ਕੀਤਾ ਹੀ, ਭਾਣੇ ਅੰਦਰ ਰਹਿਣ ਆਈਏ ਸੁੱਖਾਂ ਦੀ ਬਤੀਤ ਕਰਾਉਣਾ। ਸਾਨੂੰ ਬਿਜ਼ਨਸ ਵਿੱਚ 1-2-4 ਲੱਖ ਦਾ ਘਾਟਾ ਪੈ ਜਾਏ ਨਾ, ਤੇ ਸਾਨੂੰ ਕਿਸੇ ਨੂੰ ਦੱਸਣਾ ਨਹੀਂ ਪੈਂਦਾ, ਸਾਡਾ ਚਿਹਰਾ ਦੱਸ ਦਿੰਦਾ ਹੈ ਕਿ ਸਾਨੂੰ ਉਸ ਨੁਕਸਾਨ ਦਾ ਇਤਨਾ ਆਪਣੇ ਸਰੀਰ ਤੋਂ ਹੀ ਪਤਾ ਲੱਗ ਜਾਂਦਾ ਹੈ, ਉਹਦੀ ਐਕਟੀਵਿਟੀ ਤੋਂ ਪਤਾ ਲੱਗ ਜਾਂਦਾ ਹੈ। ਪਰ ਗੁਰੂ ਸਾਹਿਬ ਉਸੇ ਡੋਲ ਅਵਸਥਾ ਵਿੱਚ, ਜਿਹੜੇ ਹਰਿਮੰਦਰ ਸਾਹਿਬ ਜਦੋਂ ਬੈਠ ਕੇ ਬਾਣੀ ਸੁਣਦੇ ਸਨ, ਉਸੇ ਅਵਸਥਾ ਵਿੱਚ ਆਨੰਦ ਦੀ, ਇਹਨੂੰ ਕਹਿੰਦੇ ਆਨੰਦ, ਇਹ ਅਵਸਥਾ ਹੈ। ਚੌਥਾ ਦਿਨ ਹੋਇਆ, ਸਾਈਂ ਮੀਆਂ ਮੀਰ ਵੀ ਆ ਗਏ। ਪਰ ਜਿਹੜੀ ਚੰਦੂ ਦੀ ਤਪਸ ਸੀ ਨਾ, ਚੰਦੂ ਦਾ ਵੈਰ ਸੀ, ਉਹ ਹਲੇ ਖਤਮ ਨਹੀਂ ਹੋਇਆ। ਉਹ ਹੋਰ ਤਸੀਹੇ ਦੇਣਾ ਚਾਹੁੰਦਾ ਸੀ, ਪਰ ਮਹਾਰਾਜ ਕਹਿੰਦੇ ਨੇ ਤੂੰ ਕਿਹਦੇ ਸਰੀਰ ਦੇ ਨਾਲ, ਮੇਰੇ ਅੰਦਰ ਦੇ ਖੇੜੇ ਨੂੰ ਤੂੰ ਮੁਕਾ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹੀਓ ਤੇ ਕਿਹਾ ਸੀ ਔਰੰਗਜ਼ੇਬ ਨੂੰ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਐਸ਼ ਅਰਸ਼, कि हे औरंगजेब मेरे को कुछ भी नहीं है, ना साज ने ना बाज ने ना संगत है, ना चंदोए लगे, ना साजो ना बाजो ना फौजो ना फौज है ना अर्श, खुदावंद बख्शिंदे ऐश अर्श। ਤਾਂ ਵੀ ਤੁਸੀਂ ਉਹਦੇ ਰਜਾ ਦੇ ਵਿੱਚ ਖੁਸ਼ ਹੋ। ਉਹੀਓ ਖੇੜਾ ਆਨੰਦਪੁਰ ਵਾਲਾ ਤੁਹਾਡਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਹੈ। ਮੈਂ ਪਹਿਲਾਂ ਕਿਹਾ ਗੁਰੂ ਸਾਹਿਬ ਦੇ ਹਿਰਦੇ ਦੇ ਵਿੱਚ ਬਾਣੀ ਹੈ। ਸਾਡੀ ਬਾਣੀ ਗਲੇ ਤੱਕ ਹੈ, ਕੰਨਾਂ ਤੱਕ ਹੈ। ਤਾਂ ਹੀ ਕਹੀਦਾ ਨਾ ਸਾਧ ਸੰਗਤ ਜੀ, ਹਿਰਦੇ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ, ਮਨ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਤਾਂ ਹਲੇ ਉੱਤੋਂ ਤੋਂ ਕਹਿ ਰਹੇ ਹਾਂ ਨਾ। ਜਦੋਂ ਇਹ ਬਾਣੀ ਹਿਰਦੇ ਰੂਪੀ ਘਰ ਵਿੱਚ ਚਲੀ ਜਾਏਗੀ, ਉਸ ਵੇਲੇ ਤੇ ਭਾਵੇਂ
तत्ती तवी तवी कोई बैठा होवे ते ਉਹਦੇ आनंद विच होएगा। कोई महाराज ने ऊ नहीं की। ते अगला दिन चढ़िया 29 मई, 25-26 ਨੂੰ ਭੁੱਖਾ ਰੱਖਿਆ, 26-27 ਨੂੰ, 28 ਤਰੀਕ 28 ਮਈ ਨੂੰ ਦੇਗ ਚ ਉਬਾਲਿਆ ਗਿਆ। 29 ਮਈ ਨੂੰ ਜਦੋਂ ਸਾਈਂ ਮੀਆਂ ਮੀਰ ਨੂੰ ਪਤਾ ਲੱਗਿਆ ਤੇ ਆ ਗਏ ਜੇਲ੍ਹ ਵਿੱਚ, ਕਿਉਂਕਿ ਸਤਿਕਾਰ ਸਾਰੇ ਉਹਨਾਂ ਦਾ ਕਰਦੇ ਸਨ। ਉਹ ਹਾਲਤ ਦੇਖ ਕੇ ਉਹਦੇ ਅੱਖਾਂ ਦੇ ਵਿੱਚੋਂ ਅੰਜੂ ਆ ਗਏ। ਮਹਾਰਾਜ ਕਹਿੰਦੇ ਤੂੰ ਕਿਉਂ ਰੋ ਰਿਹਾ ਹੈ? ਕਹਿਣ ਲੱਗਾ ਮਹਾਰਾਜ ਮੇਰੇ ਕੋਲੋਂ ਵੇਖਿਆ ਨਹੀਂ ਜਾ ਰਿਹਾ ਤੁਹਾਡੀ ਹਾਲਤ। ਮੈਂ ਤੁਸੀਂ ਕਹੋ ਤੇ ਮੈਂ ਲਾਹੌਰ ਦੀ ਦਿੱਲੀ ਨਾਲ ਇੱਟ ਦੇ ਨਾਲ ਇੱਟ ਵਜਾ ਦਾਂ। ਸਿੱਖ ਵੀ ਕਹਿੰਦੇ ਨੇ 5 ਸਿੱਖ ਨਾਲ ਸਨ। ਮਹਾਰਾਜ ਕਹਿੰਦੇ ਸ਼ਕਤੀ ਕਿੱਥੋਂ ਆਈ ਹੈ ਤੁਹਾਡੇ? ਤੁਹਾਡੇ ਕੋਲੋਂ ਆਈ ਹੈ। ਜੇ ਮੇਰੇ ਕੋਲੋਂ ਆਈ ਹੈ ਤੇ ਮੈਂ ਨਹੀਂ ਕਰ ਸਕਦਾ। ਪਰਮਾਤਮਾ ਦੀ ਰਜ਼ਾ ਹੀ ਆਈ ਹੋਈ ਹੈ। ਮੈਂ ਉਹ ਪੂਰਨੇ ਪਾ ਕੇ ਜਾਣੇ ਨੇ ਕਿ ਮੇਰਾ ਸਿੱਖ ਸੰਸਾਰ ਦੇ ਵਿੱਚ ਵੱਡੇ ਤੋਂ ਵੱਡਾ ਦੁੱਖ, ਪਹਾੜਾਂ ਵਰਗੇ ਵੀ ਦੁੱਖ ਆ ਜਾਣਗੇ, ਡੋਲੇਗਾ ਨਹੀਂ। ਔਰ ਇਹ ਸੱਚ ਗੱਲ ਹੈ ਸਾਧ ਸੰਗਤ। ਅੱਜ ਵੀ ਤੁਹਾਨੂੰ ਨਾਮ ਜਪਣ ਵਾਲੇ ਸਿੱਖ ਤੇ ਸਿੱਖਣੀਆਂ ਮਿਲਣਗੀਆਂ। ਪਹਾੜਾਂ ਵਰਗੇ ਦੁੱਖ ਆ ਗਏ ਉਹਨਾਂ ਨੂੰ, ਪਰ ਉਹ ਸਿੱਖੀ ਸਿੱਧਕ ਨਹੀਂ ਡੋਲੇ। ਤੇ ਸਾਈਂ ਮੀਆਂ ਮੀਰ ਕਹਿੰਦੇ ਨੇ ਉਹ ਪੰਕਤੀ ਤਨ ਮਨ ਕਾਟ ਕਾਟ ਸਭ ਅਰਪੀ। ਮਹਾਰਾਜ ਕਹਿੰਦੇ ਜਿਸ ਦੇ ਤੁਸੀਂ ਕਹਿੰਦੇ ਸੀ ਨਾ ਹਰਿਮੰਦਰ ਸਾਹਿਬ ਵਿੱਚ, ਇਹ ਕਿਵੇਂ ਹੋ ਸਕਦਾ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤੇ ਗੁਰੂ ਸਾਹਿਬ ਕਹਿੰਦੇ ਨੇ ਬਾਣੀ ਸਾਰੀ ਅਸੀਂ ਹੰਢਾ ਕੇ ਗੁਜ਼ਾਰੀ ਕੇ ਉਤਾਰੀ ਹੈ। ਇਹ ਕਲਪਨਾ ਨਹੀਂ ਹੈ। ਤਾਂ ਹੀ ਅਸੀਂ ਹਜ਼ਾਰਾਂ ਲੱਖਾਂ ਵਾਰੀ ਪੜ੍ਹ ਚੁੱਕੇ ਹਾਂ, ਪੜ੍ਹਦੇ ਪਏ ਹਾਂ, ਪੜ੍ਹਨਗੇ ਵੀ ਸਿੱਖ। ਜਪਜੀ ਸਾਹਿਬ ਕਿਉਂ ਨਹੀਂ ਪੁਰਾਣੀ? ਕਿਉਂਕਿ ਬਾਣੀ ਧੁਰ ਤੋਂ ਆਈ ਹੈ। ਇਹ ਖਸਮ ਦੀ ਬਾਣੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਧੁਰੋਂ ਆਈ ਹੈ ਬਾਣੀ, ਔਰ ਇਹ ਹੰਢਾ ਕੇ ਆਈ ਹੈ। ਇਹ ਕਿਸੇ ਕਵੀ ਦੀ ਕਲਪਨਾ ਨਹੀਂ ਹੈ ਕਿ ਖਿਆਲ ਵਿੱਚ ਖਾਲੀ ਬੈਠਾ ਹੈ, ਜਾ ਕੇ ਜੰਗਲ ਵਿੱਚ ਉਹਨੇ ਬਾਣੀ ਲਿਖ ਛੱਡੀ ਹੈ। ਨਹੀਂ, ਮਹਾਰਾਜ ਨੇ ਆਪਣੇ ਸਰੀਰ ਤੇ ਹੰਢਾ ਕੇ ਕਿ ਸਮਾਂ ਆਏਗਾ ਜਦੋਂ ਹੱਦ ਪਾਰ ਹੋਣੀ ਹੋਏਗੀ। ਸ਼ਾਂਤੀ ਦਾ ਵੀ ਇੱਕ ਲਿਮਟ ਹੁੰਦੀ ਹੈ, ਭਾਣੇ ਵਿੱਚ ਰਹਿਣ ਦੀ ਵੀ ਲਿਮਟ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਨੇ ਇਹ ਲਿਮਟ ਹੁਣ ਪਾਰ ਹੋ ਗਈ ਹੈ। ਜਦੋਂ ਚੱਲੇ ਸਨ ਨਾ ਹਰਿਮੰਦਰ ਸਾਹਿਬ ਤੋਂ, ਤੇ ਹਰਗੋਬਿੰਦ ਪਾਤਸ਼ਾਹ ਨੂੰ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਇਹ ਗੱਲ ਕਹੀ ਸੀ, ਬੇਟਾ ਧੀਰਜ ਰੱਖਣਾ, ਲੋੜ ਪੈਣ ਤੇ ਮੁਕਾਬਲਾ ਵੀ ਕਰਨਾ ਹੈ, ਅੰਮ੍ਰਿਤ ਵੇਲਾ ਵੀ ਸੰਭਾਲਣਾ ਹੈ, ਸਤ ਸੰਗਤ ਵੀ ਕਰਨੀ ਹੈ, ਕਿਸੇ ਦਾ ਦਿਲ ਵੀ ਨਹੀਂ ਦੁਖਾਣਾ, ਤੇ ਨਾ ਕਿਸੇ ਕੋਲ ਡਰਨਾ ਵੀ ਨਹੀਂ ਤੇ ਡਰਾਣਾ ਵੀ ਨਹੀਂ। ਇਹ ਪੂਰਨੇ ਪਾ ਕੇ ਗਏ ਨੇ ਮਹਾਰਾਜ ਸਾਡੇ ਵਾਸਤੇ। ਤੇ ਉਹ ਦਿਨ ਆਇਆ। ਮਹਾਰਾਜ ਕਹਿੰਦੇ ਨੇ ਸਾਈਂ ਮੀਆਂ ਮੀਰ ਜੀ, ਉਹ ਪੰਕਤੀ ਦੇ ਅਰਥ ਇਹ ਹੁਣ ਹੋ ਰਹੇ ਨੇ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਹਦੇ ਦੋ ਅਰਥ ਵੀ ਹੁੰਦੇ ਨੇ। ਇੱਕ ਤਾਂ ਸਰੀਰ ਰੂਪੀ ਠੀਕਰਾ ਉਸ ਅਗਨੀ ਦੇ ਵਿੱਚ ਜਲਾਇਆ, ਤੇ ਇੱਕ ਵਿਕਾਰਾਂ ਦੀ ਅੱਗ ਨੂੰ ਵੀ ਅਸੀਂ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ। ਤੇ ਸਾਈਂ ਮੀਆਂ ਮੀਰ ਦਾ ਸਿਰ ਝੁਕ ਗਿਆ। ਅੱਜ 5ਵਾਂ ਦਿਨ ਆਇਆ। 5 ਦਿਨ ਤਸੀਹੇ ਦਿੱਤੇ ਗਏ। ਦੇਖੋ ਸਾਰਾ ਮਾਹੌਲ ਤੱਤਾ ਸੀ। ਮੈਂ ਪਹਿਲਾਂ ਕਿਹਾ ਗਰਮ ਰੇਤਾ ਪਾਈ ਗਈ, ਦੇਗ ਵਿੱਚ ਬਿਠਾਇਆ ਗਿਆ, ਤੱਤੀ ਲੋਹ ਤੇ ਬਿਠਾਇਆ ਗਿਆ, ਉੱਤੋਂ ਗਰਮ ਰੇਤਾ, ਮੌਸਮ ਗਰਮ, ਚੰਦੂ ਦਾ ਸੁਭਾਅ ਗਰਮ, ਜਲਾਦ ਗਰਮ। ਦੇਖੋ ਸਤਿਗੁਰੂ ਨੇ ਸਾਨੂੰ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਸ਼ਹੀਦ ਹੋਏ ਨਾ, ਹੋਣ ਤੋਂ ਪਹਿਲਾਂ ਜਲਾਦ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਮੈਂ ਖਾਨਦਾਨੀ ਜਲਾਦ ਹਾਂ। ਕਾਜੀ ਆ ਗਿਆ, ਕਹਿੰਦਾ ਮੈਂ ਖਾਨਦਾਨੀ ਕਾਜੀ ਹਾਂ। ਮੈਂ ਕਈਆਂ ਨੂੰ ਫਤਵੇ ਸੁਣਾਏ ਨੇ,
सब भज गए ने। जलाद कहता मैं कईयां दे सिर कलम कीते ने, मैं खानदानी हाँ। तो गुरु तेग बहादुर साहब कहते ने मैं भी खानदानी शहीद हाँ। मेरे भी दादे ने और आने वाली जनरेशन ने शहीदी होनी पानियां ने, असी भी खानदानी शहीद हाँ। जे तुसी खानदानी जला दो तो असी भी खानदानी शहीद हाँ। तो इतने तसीहे ये समझते सन कि धर्म का प्रचार खाली उत्तों उत्तों ही है, खाली किसी को सुना देना, कह देना। पर यह नहीं पता सी जे उत्थों आवाज़ कर रहे हैं तो हिरदे दे विचों, परमात्मा के घर दे विचों आवाज़ कर रहे हैं। ते उस वेले फिर गुरु अर्जन देव महाराज नूं अखीरली तसीहा दिता। वो चंदू ने कहा इन्हां नूं चलदे दरिया रावी दे विच रोड़ दो। ये भी गलत है कि कहंदे महाराज ने कहा मैं इशनान करना है। दसो शरीर विच ते है कुछ नहीं सी, खाली हड्डियां रह गईयां सन। तो महाराज नूं पता नहीं है कि यह भी तसीहा है कि जदों बंदा उबलदा होवे तो उन्हें ठंडे पानी च पा दो तो कितनी उहदी हालत होएगी। ये चंदू चाहता सी कि मैं इस तरह का तसीहा दिता जाए। अखीर विच फिर चंदू ने ऐलान किया, महाराज नूं नदी ते लैके रावी दी नदी विच ज्योति जोत समा गए। मैं रोड़ना वाला वर्ड नहीं कहांगा, ये तो वो जालमां दे वर्ड ने। अज भावें गुरु अर्जन देव जी नूं याद कर रहे हैं, चंदू नूं भी कर रहे हैं, पर चंदू नूं असीं किसी होर वे नाल कर रहे हैं। देखो हुण जेल दे अंदर ते कैदी भी हुंदे ने, ते जेल दे अंदर वकील भी जांदा है, जेल दे अंदर थानेदार भी जांदा है। पर यह तो नहीं मतलब होया कि जेल दे अंदर सारे ही मुजरिम ने, नहीं। उहदे अंदर चौकीदार भी है, उहदे ते पहरेदार भी ने, सारे थोड़ा मुजरिम ने। जेल दे अंदर ते डॉक्टर भी जांदा है कैंची लैके, किसी का फोड़ा निकले है, किसी को कोई तकलीफ है, पर वो कैंची किसी का सुधारन जाती है। पर उस जेल दे अंदर कैदी ऐसे भी ने जिन्हों ने चाकू ते कैंचियां मार के उत्थे सजा भुगत रहे हैं। अज याद उन्होंने भी कर रहे हैं, भावें चंदू नूं, पर उन्होंने मुजरिम के तौर तो याद कर रहे हैं। अज भी बैठे सिखां दे मन मलूंदरे ने जदों इन्हां दे चंदू ते गंगू ते अहमद शाह अब्दाली इहो जिहियां चीज़ां मैं पहलां कहा कि जेल दे अंदर ते सारे ही जाते हैं, पर सारे थोड़ा मुजरिम हो गए हैं। डॉक्टर भी जा रहा है जेल दे अंदर, हवलदार भी जाता है, इंस्पैक्टर भी जाता है, सारे मुजरिम थोड़ा ने। इतिहास सुना रहे हैं तो कहते चंदू का जिक्र आंदा आएगा, पर चंदू नूं कोसन का एक मुजरिम के तौर पर। ते जदों गुरु साहब का जिक्र आएगा तो वह वकील के तौर पर आएगा, उन्हां दी वडियाई होएगी। तो ये इतिहास साडे शहीद सिंघां दा मुक्या नहीं है। जिन्ना कौमां दे इतिहास मुक जाते हैं, वह कौम ही मुक जांदियां ने। भावें बाबा दीप सिंह जी लै लो, भाई मनी सिंह जी लै लो, बंदा सिंह जी बहादुर लै लो, भाई तारू सिंह जी लै लो, किन्ना इतिहास है साडे कोल। एक ही सी, सब दे अंदर नाम दी कणी वस गई सी, जिहड़ी साडे विच नहीं वस रही। ते शहादत दे ये दिनां दे विच असीं ये अरदास करनी है, सच्चे पिता वो बख्शिश साडे ते भी करो। हर का नाम हृदय नित ध्याई, संगी साथी सगल तराई। देखो इतिहास पढ़ के, बाणी पढ़ के भी अज संगत तर रही है, क्योंकि गुरु साहब ने अपने शरीर ते हंडा के सानू ये पूरने पा के दसे ने कि सिख हमेशा दयावान होना चाहिए, हमेशा गुरु दे परमात्मा दे भाणे दे विच होना चाहिए। हुक्म रजाई चलना नानक लिखिया नाल, उस परमात्मा दे हुक्म विच चलना है, उहदी रजा विच चलना है। जे परमात्मा ने किथे माड़े दिन भी दिखा दिते ने तां भी चढ़दी कला विच रहना है। गुरु साहब डोले नहीं, गुरु साहब तत्ती तवी ते बैठ के देग ते उबल के भी चढ़दी कला विच सी। चंदू तसीहे देन तो बाद भी कलप रहा सी। तो फिर वो हाल किया बाबा बंदा सिंह बहादुर ने, नक विच नत्थी पा के लाहौर दी गलियां दे विच किस तरह उन्हें तसीहे दे के मारिया गया। ते आ गई ना गल, याद चंदू नूं भी कर रहे हैं,
पर जुत्तियां उस टाइम भी पईयां सी, जुत्तियां हुण भी पै रहीਆਂ ने। तो महाराज कहते ने इस संसार विच आके उसके भाणे दे विच जिहड़ी इमारत तैयार होई ना, ते गुरु साहब ने उहदे विच रंग भरिया हुक्म मन्नण दा कि मना तेरे उत्ते पहाड़ां वर्गे भी कोई दुख आ जान, तू उहदे हुक्म दे विच चलना पेगा तैनूं। तेरा किया मिठा लागे, उन्होंने मिठा करके जान। गुरु साहब ने तेनू प्यार किया, तेनू इस रूप विच दिता है, जा बई हुण तेनू तत्ती तवी ते बहना है। जदों हुक्म होया तो दिल्ली भी आए, तो जदों हुक्म होया फिर श्री साहब भी चुकी। जदों तक हुक्म, क्योंकि ये नहीं कि पंथ विच अज शहादत देने वाले खत्म हो गए ने, नहीं, पर जद जद हुक्म होंदा है तद तद ही आंदे ने। गुरु अर्जन देव महाराज नूं परमात्मा वालों ही हुक्म नहीं सी, क्योंकि उन्होंने हुक्म दे अंदर उन्होंने एक बर्दाश्त शक्ति सी। तो उस तो वध गुरु साहब ने उस तत्ती तवी ते बह के दिखाया। लोड़ पई तो गुरु गोबिंद सिंह महाराज ने फिर उस श्री साहब नूं चक के ते दस भी दिता, पै काहू को देत नह पै मानत आन, कोह नानक सुन रे मना, ज्ञानी ताहे बखान। ज्ञानी केड़ा वे? जे कोई नाम जपण वाला ज्ञानी कौन है? असी आम बंदे नूं ज्ञानी कह दिंदे ना। मारे कहंदे ज्ञानी ते ओह वे ना किसे कोल डरे ते ना किसे नूं डरावे, भाव कि ऐसी न्यूट्रल अवस्था विच होवे, अडोल अवस्था विच होवे, ओह ज्ञानी है। को नानक सुन रे मना, ज्ञानी ताहे बखान। ओह ज्ञानी है पक्का जिहड़ा हर अवस्था विच जे किथे लोड़ पई है ते किसे होर धर्म दी लोड़ पई है ते उत्थे भी अपने शरीर नूं कुर्बान कर दिता है, ते किथे जबरदस्ती भी जनेऊ पवाना पिया उत्थे मना भी कर दिता। ना डरे ते ना डराए। बाबर नूं जाबर कहण वाले कौन सन? गुरु नानक सन, होर किसी ने नहीं कहा। होर भी देखो शहीद वर्ड ठीक है, सनातन धर्म साडे जैनी धर्म बौद्ध धर्म, पर उन्हां दे विच कोई शहीद नहीं जे, मनु खिमा कर देना। शहीदियां अज भी हो रही ने। अज भी जदों जदों हुक्म हुंदा है तो सिख पिछे नहीं हटते। मैं पिछे भी एक गल पढ़ रहा सी, किसी ने कहा कि यह किवें हो सकता है, वो लंगर पका रहे सन ते गल चल पई, तो किसी ने कहा यह किस तरह हो सकता है, गुरु अर्जन देव महाराज तत्ती तवी ते बह गए। तो एक सिख लंगर पकाते हुए उठ के सीधा ही तत्ती तवी ते बह गया, कहता इस तरह क्यों नहीं हो सकता? क्योंकि गुरु ने पूरने पा के दसे ने। सिख ते वो अडोल अवस्था है, सिख ते वो भाणे मनन दी अवस्था है। सिख नूं जिहड़ा कोई शरीर समझ के पूजदा है ओहदी भुल है। सिख ते शब्द रूप विच जमदा है ते शब्द विच ही लीन हो जाता है। ज्यों जल में जल आए खटाना, त्यों ज्योति संग जोत समाना। मिट गए गमन पाए विश्राम, नानक प्रभ कै सद कुर्बान। वो तो फिर जल दे जिथों आत्मा तो आंदा है उसे परमात्मा दे विच लीन हो जाता है। वो तो शरीर विच आंदा ही नहीं। असी लोग सोचने शरीर नूं तसीहे दे के असी ओदा सिदक डोलवा दांगे, पर यह ओदी भुल है। सिख दा सिदक कदी नहीं डोल सकदा जे गुरु दी बाणी हिरदे विच वसी है। तां ही मारे कहंदे ने हर का नाम हृदय नित ध्याई। हिरदे दे विच ध्याई, खाली शरीर दे विच नहीं, खाली रसना विच नहीं। रसना हुण जपदी बहुत समा हो गया है, हुण इहनूं हृदय विच लिया। हर का नाम हृदय नित ध्याई, नित ध्याई। संगी साथी सगल तराई, गुरु मेरे संग सदा है नाले। सिमर सिमरति सदा संभाले, तेरा किया मीठा लागे। हर नाम पदार्थ नानक मांगे। सतगुरु रहमत करन, बख्शिश करन। शहीदी साके नूं असी सुन के 1 पैसे 2 पैसे 4 पैसे कुछ चलन दा असी यतन करिए। जिथे बाणी पढ़दियां वरे हो गए ने, समय हो गए ने, हुण उस बाणी नूं हिरदे विच वसाउण दी सतगुरु दे चरनां विच बेनती करिए। सतगुरु हिरदे विच वस जाए ताकि लोक सुखीए, परलोक सुहेला हो सके। बेअंत भुल्लां गलतियां होईयां ने वो दास दियां ने। बचन गुरु दा जान के हिरदे विच वसाओ। आसीस बख्शो। वाहिगुरू जी का खालसा, वाहिगुरू जी की फतेह।